वाहिगुरु जा तू मेरे बल क्या मुछंदा जी। वाहिगुरु जा तू मेरे बल क्या मुछंदा जी। वाहिगुरु जा तू मेरे बल है। क्या मुछंदा जी। वाहिगुरु जा तू मेरे बल है। क्या मुछंदा जी। वाहिगुरु जा तू मेरे बल है। क्या मुछंदा जी। वाहिगुरु जा तू मेरे बल है। क्या मुछंदा जी। वाहिगुरु जा तू मेरे बल क्या मुछंदा जी। वाहिगुरु जा तू मेरे बल मुछंदा जी। वाहिगुरु जा तू मेरे बल है। क्या मुछंदा जी। वाहिगुरु जो मेरे बल है। क्या मुछंदा जी। वाहिगुरु जा तू मेरे बल है। जी वाहिगुरु जा तू मेरे बल है। जा तू मेरे बल है वाहिगुरु। 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 जा तू मेरे बल जा तू मेरे बल है। 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 क्या मुछंदा जी। वाहिगुरु जा तू मेरे बल क्या मुछंदा जी। वाहिगुरु जा तू मेरे बल मुछंदा जी। वाहिगुरु जा तू मेरे बल क्या मुछंदा जी। वाहिगुरु मेरे बल जी। वाहिगुरु जा तू मेरे बल है। क्या मुछंदा जी। वाहिगुरु जा तू मेरे बल है। तुझे आगे अरदास हमारी जो पिंड सब तेरा। पाओ नानक सब तेरी वड्याई कोई ना जाने। धर्म सत्कार जो गुरां की साजी और नवाजी हुई साध संगत जी आओ अज संगरांद दे दिहाड़े ਨੂੰ ਮੁੱਖ ਰੱਖਦਿਆਂ गुरु जी ਦੀ पावन पवित्र ਨਿੱਘੀ ਗੋਦ ਅੰਦਰ ਅੰਮ੍ਰਿਤ ਵੇਲੇ ਤੋਂ ਲੈ ਕੇ ਸੰਗਤਾਂ ਤਨ ਕਰਕੇ ਮਨ ਕਰਕੇ ਧਨ ਕਰਕੇ ਹਾਜ਼ਰੀਆਂ ਲਵਾ ਰਹੀਆਂ ਹਨ। गुरु जी ने कृपा की अज कत्तक का महीना कत्ते की संगरांद शुरू है। गुरु के चरणों के विच क्योंकि गुरु जी का हुक्म है सिख का हर एक कारज जिहड़ा ना गुरु के हुक्म के नाल शुरू होना चाहिए। हर एक कारज जे साडे घर दे विच कोई भी खुशी जा गमी का समय वो गुरु की अरदास दे नाल गुरु के हुक्म दे नाल ते गुरु के हुक्म दे नाल ते गुरु के आनंद दे नाल ही शुरू किया जाता है। क्योंकि आनंद साहब जी की बाणी दे जाप हुंदे हन परंत फिर कोई भी कारज है वो शुरू किया जाता है। भाव भी बाणी पढ़द्या दे कोई भी समागम है साडा शुरू होवे ते बाणी ते जाके समाप्त होवे। ये सिख दा मुढ़ला फर्ज है। इस करके संगरांद दा महीना जिहड़ा जदों समाप्ति हुंदी है संगरांद दे महीने दी उदों भी बाणी पढ़द्या कथा कीर्तन करदियां ते शुरुआत हुंदी है उदों भी कथा कीर्तन करदियां बाणी दे नाल ही शुरू हुंदी है। इस करके आओ जुड़ियो सारे प्रेम दे नाल अमृतमयी बाणी दे नाल सर्वमाई भाई
ਜਿੱਥੇ ਅੱਜ ਕੱਤਕ ਦੀ ਸੰਗਰਾਂਦ ਦਾ ਦਿਹਾੜਾ ਮਨਾ ਰਹੇ ਹਾਂ। ਮਹਾਰਾਜ ਜੀ ਕਹਿੰਦੇ ਕੱਤਕ ਕਰਮ ਕਮਾਵਣੇ ਦੋਸ ਨਾ ਕਾਹੂ ਜੋਗ, ਪਰਵੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ, ਬੇਮੁਖ ਹੋਏ RAM ਤੇ ਲੱਗਣ ਜਨਮ ਵਿਜੋਗ, ਖਿਨ ਮੈਂ ਕੌੜੇ ਹੋਏ ਗਏ। ਖਿਨ ਇੱਕ ਮਿੰਟ ਵਿੱਚ ਦੀ ਜਿਤੜੇ ਮਾਇਆ ਭੋਗ, ਜਿੰਨੀਆਂ ਵੀ ਉਹ ਦਿਸਣ ਵਾਲੀਆਂ ਮਾਇਆ ਦੀਆਂ ਵਸਤੂਆਂ ਜਾਂ ਮਾਇਆ ਰੂਪੀ ਵਸਤੂਆਂ ਕਹਿ ਲੋ, ਮਹਾਰਾਜ ਜੀ ਕਹਿੰਦੇ ਖਿਨ ਮੈਂ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ। ਇੱਕ ਖਿਨ ਵਿੱਚ ਦੀ ਸਾਰੇ ਕੌੜੇ ਹੋ ਗਏ। ਵਿੱਚ ਨਾ ਕੋਈ ਕਰ ਸਕੈ ਕਿਸਤੈ ਰੋਵੈ ਰੋਜ਼, ਕੀਤਾ ਕਛੂ ਨਾ ਹੋਵੇ ਲਿਖਿਆ ਧੁਰ ਸੰਜੋਗ, ਬਟ ਭਾਗੀ ਮੇਰਾ ਪ੍ਰਭ ਮਿਲੈ ਤਾਂ ਉਤਰੈ ਸਭ ਵਿਜੋਗ। ਬੇਨਤੀ ਹੈ ਸੰਗਤਾਂ ਨੂੰ ਥੋੜਾ ਸਮਾਂ ਜੁੜੋ, ਪਾਵਨ ਪਿੱਤਰ ਗੁਰਬਾਣੀ ਦੇ ਨਾਲ ਜੁੜੀਏ ਆਪਾਂ। ਭੋਗ ਦੇ 57 ਸ਼ਲੋਕ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਦੋਹਰਾ ਜਿਹੜਾ ਧੰਨ ਕਲਗੀਧਰ ਪਾਤਸ਼ਾਹ ਅਮਰ ਦੇ ਦਾ ਬਖਸ਼ਿਸ਼ ਕੀਤਾ ਹੋਇਆ 52 ਸ਼ਲੋਕ ਨੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ, ਜਿਸ ਦੇ ਸਦਕਾ ਆਪ ਜੀ ਨੇ ਬੜੇ ਪਿਆਰ ਦੇ ਵਿੱਚ ਆ ਕੇ ਜਿਵੇਂ ਜਿਵੇਂ ਚਲੋ ਮਨ ਦੀ ਭਾਵਨਾ ਸੀ ਸਾਡੀ ਵੀ ਇਸ ਤਰ੍ਹਾਂ ਤਕਰੀਬਨ ਇਹ ਪਾਠ ਜਿਹੜਾ ਪ੍ਰਕਾਸ਼ ਕਰਿਆ ਇਹਨੂੰ 15 ਦਿਨ ਹੋ ਗਏ ਹੋਣਗੇ, 15 ਤੋਂ ਵੀ 20 ਦੇ ਦਰਮਿਆਨ। ਹੌਲੀ ਹੌਲੀ ਰਾਮ ਦੇ ਨਾਲ ਬੜੇ ਪਿਆਰ ਵਿੱਚ ਆ ਕੇ ਅੰਮ੍ਰਿਤਮਈ ਬਾਣੀ ਦੇ ਨਾਲ ਜੁੜੇ, ਬਾਣੀ ਪੜ੍ਹੀ ਤੇ ਸਤਿਗੁਰ ਨੇ ਕਿਰਪਾ ਕੀਤੀ। ਇਸੇ ਤਰ੍ਹਾਂ ਮਨ ਵਿੱਚ ਇਹ ਵੀ ਚਾਹ ਸੀ ਵੀ ਇਸੇ ਤਰ੍ਹਾਂ ਟਕਾਈ ਦੇ ਨਾਲ ਚਲੋ ਬਾਣੀ ਪੜ੍ਹਨੀ ਚਾਹੀਦੀ ਹੈ, ਪ੍ਰੇਮ ਤੇ ਭਾਵਨਾ ਦੇ ਨਾਲ। ਤੇ ਭੋਗ ਦੇ ਸ਼ਲੋਕ ਵੀ ਉਸੇ ਤਰ੍ਹਾਂ ਵੈਰਾਗਮਈ। ਜੇ ਕਿਤੇ ਅਗਰ ਭੋਗ ਦੇ ਸ਼ਲੋਕ ਮਹਾਰਾਜ ਜੀ ਕਹਿੰਦੇ ਸਿਖਾ ਤੂੰ ਸ਼ਰਧਾ ਤੇ ਭਾਵਨਾ ਦੇ ਨਾਲ ਬੈਠ ਕੇ ਸੁਣ ਲਵੇ ਨਾ, ਤੇਰਾ ਜੀਵਨ ਸਫਲ ਹੋ ਜਾਊਗਾ। ਇਹਦੇ ਵਿੱਚ ਬੜਾ ਹੀ ਉਪਦੇਸ਼ ਦਿੱਤਾ ਮਹਾਰਾਜ ਜੀ ਨੇ, ਗੁਰੂ ਤੇਗ ਬਹਾਦਰ ਮਹਾਰਾਜ ਜੀ। ਤੇ ਉੱਥੇ ਆਓ, ਜਿਹੜਾ ਕੱਲ ਦਾ ਦਿਨ ਲੰਘਿਆ, ਕੱਲ ਮੱਸਿਆ ਸੀ ਤੇ ਕੱਲ ਵਾਲਾ ਦਿਨ ਸੀ ਜਿਹੜਾ ਸਿੱਖ ਕੌਮ ਦਾ ਸਾਡਾ ਮਹਾਨ ਵਿਰਸਾ ਤੇ ਮਹਾਨ ਪਵਿੱਤਰ ਸ਼ਹੀਦ ਧੰਨ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਜਿਹੜਾ ਅਵਤਾਰ ਦਿਹਾੜਾ ਕੱਲ ਕੌਮ ਨੇ ਇਕੱਠੇ ਹੋ ਕੇ ਮਨਾਇਆ। ਤੇ ਉੱਥੇ ਅੱਜ ਭਾਵੇਂ ਕੌਮ ਗੁਰੂ ਪੀਰਾਂ ਦਾ ਦਿਹਾੜਾ ਹੋਵੇ, ਗੁਰੂਆਂ ਦਾ ਦਿਨ ਹੋਵੇ, ਉਸ ਨੂੰ ਮੁੱਖ ਰੱਖ ਕੇ ਕੌਮ ਇਕੱਤਰ ਜ਼ਰੂਰ ਹੁੰਦੀ ਹੈ। ਸੋ ਸਤਿਗੁਰੂ ਜੀ ਨੇ ਅਪਾਰ ਬਖਸ਼ਿਸ਼ ਕੀਤੀ। ਕੱਲ ਜਿਹੜਾ ਫਿਰ ਧੰਨ ਬਾਬਾ ਬੰਦਾ ਸਿੰਘ ਜੀ ਦਾ ਆਗਮਨ ਪੁਰਬ, ਗੁਰੂ ਘਰਾਂ ਦੇ ਵਿੱਚ ਅਰਦਾਸ ਕਰਕੇ, ਗੁਰਬਾਣੀ ਦਾ ਜਾਪ ਕਰਕੇ, ਅੰਮ੍ਰਿਤਮਈ ਬਾਣੀ ਦੇ ਨਾਲ ਜੁੜ ਕੇ, ਕਥਾ ਕੀਰਤਨ ਦੇ ਨਾਲ ਜੁੜ ਕੇ, ਗੁਰੂ ਕਾ ਲੰਗਰ ਵਰਤਾ ਕੇ, ਜਿੱਥੇ ਗੁਰੂ ਕਾ ਲੰਗਰ ਉੱਥੇ ਸ਼ਬਦ ਦਾ ਲੰਗਰ ਵੀ ਨਾਲ ਨਾਲ ਵਰਤਾਇਆ ਗਿਆ। ਤੇ ਉਹ ਰਜੌਰੀ ਦੇ ਰਹਿਣ ਵਾਲਾ ਧੰਨ ਬਾਬਾ ਬੰਦਾ ਸਿੰਘ ਬਹਾਦਰ, ਮੈਂ ਥੋੜੇ ਸਮੇਂ ਵਿੱਚ ਵਿਚਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਆਪਣੀ ਸੰਥਿਆ ਤੇ ਤੁਹਾਡੇ ਅੱਗੇ ਵਿਚਾਰ ਰੱਖ ਕੇ ਬਸ ਸਮਾਪਤੀ ਵੱਲ ਜਾਣਾ ਹੈ। ਇੱਕ ਦਿਨ ਹੀ ਹੁੰਦਾ ਬਸ ਕੇਵਲ ਸੰਗਰਾਂਦ ਦਾ। ਤਾਂ ਵੈਸੇ ਅਸੀਂ ਤਾਂ ਇਹ ਕਰੇ ਹੀ ਨਹੀਂ ਕਿਤੇ ਵੀ ਜਿਵੇਂ ਅੱਜ ਦੇ ਲੋਕ ਕਰਦੇ ਨੇ ਵੀ ਬਸ ਛੇਤੀ ਕਰੋ ਜੀ, ਛੇਤੀ ਨਿਬੇੜ ਦਿਓ। ਨਿਬੇੜਨ ਵਾਲੀ ਗੱਲ ਨਹੀਂ ਹੁੰਦੀ, ਇਹ ਪ੍ਰੇਮ ਨਹੀਂ ਹੁੰਦਾ ਨਿਬੇੜਨ ਦੀ ਥਾਂ ਤੇ। ਨਿਬੇੜਨ ਦਾ ਕੰਮ ਕੁਝ ਹੋਰ ਹੁੰਦਾ ਹੈ, ਵੀ ਫਾਹਾ ਵੱਢਣਾ ਕਹਿੰਦੇ ਉਹਨੂੰ, ਜਿਵੇਂ ਪੰਜਾਬੀ ਦੇ ਵਿੱਚ ਕਹਿੰਦੇ ਵੀ ਇਹ ਕੰਮ ਦਾ ਫਾਹਾ ਹੀ ਵੱਢਤਾ ਬਸ। ਤਾਂ ਇਹਨੂੰ ਕਹਿ ਦਿਓ ਵੀ ਕੰਮ ਨਿਬੇੜਨਾ। ਪਰ ਮਹਾਰਾਜ ਜੀ ਕਹਿੰਦੇ 29 ਦਿਨ ਸਿੱਖਾ ਤੂੰ ਆਪਣੇ ਘਰ ਦਾ ਕੰਮ ਧੰਦਾ ਕਰਕੇ ਇੱਕ ਦਿਨ ਗੁਰੂ ਵਾਸਤੇ ਕੱਢ ਲਈ। ਇੱਕ ਦਿਨ ਉਹ ਵੀ ਜਿਹੜੀ ਆਪਣੀ ਇੱਥੋਂ ਦੀ ਸੰਗਰਾਂਦ ਹੈ ਤਾਂ ਤਕਰੀਬਨ ਛੋਟੀ ਹੁੰਦੀ ਹੈ। ਬਾਕੀ ਉਹ ਗੁਰੂ ਘਰਾਂ ਵਿੱਚ 3-4 ਵਜੇ ਤੱਕ ਦੀਵਾਨ ਸਜਦਾ ਹੈ, ਢਾਡੀ ਰਾਗੀ ਬਹੁਤ ਦੂਰੋਂ ਦੂਰੋਂ ਆਉਂਦੇ ਨੇ, ਸੰਗਤ ਜੁੜਦੀ ਹੈ। ਪਰ ਇਹ ਵੀ ਚਲੋ ਵੱਡੇ ਭਾਗ ਨੇ। ਸਤਿਗੁਰ ਨੇ ਅਪਾਰ ਬਖਸ਼ਿਸ਼ ਕੀਤੀ ਹੈ, ਕਿਰਪਾ ਕੀਤੀ ਹੈ। ਦੋ ਹੀ ਸੇਵਾਵਾਂ ਗੁਰੂ ਘਰ ਦੇ ਵਿੱਚ ਚੱਲਦੀਆਂ ਨੇ, ਉਹ ਕੀ ਕਬੀਰ ਸੇਵਾ ਕੋ ਦੋਏ ਭਲੇ, ਇੱਕ ਸੰਤ ਇੱਕ ਰਾਮ, ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੇ ਨਾਮ। ਜਿੱਥੇ ਇੱਕ ਪਾਸੇ ਸ਼ਬਦ ਦਾ ਲੰਗਰ ਚੱਲਦਾ, ਉੱਥੇ ਜਿੱਥੇ ਮਨ ਦੀ ਖੁਰਾਕ ਆ ਉੱਥੇ ਤਨ ਦਾ ਭੋਜਨ ਵੀ ਜਿਹੜਾ ਉਹ ਤਿਆਰ ਹੋ ਰਿਹਾ ਹੈ, ਗੁਰੂ ਕਾ ਲੰਗਰ ਵੀ ਤਿਆਰ ਹੋ ਰਿਹਾ, ਜਿਹਦੇ ਵਿੱਚ ਬਹੁਤ ਸੰਗਤਾਂ ਬੇਅੰਤ ਆਪਣਾ ਯੋਗਦਾਨ ਪਾਉਂਦੀਆਂ ਨੇ। ਗੁਰੂ ਦੇ ਘਰ ਵਾਸਤੇ ਯੋਗਦਾਨ ਪਾਉਂਦੀਆਂ, ਨਾ ਕਿ ਬਾਬੇ ਵਾਸਤੇ ਯੋਗਦਾਨ ਪਾਉਂਦੀਆਂ ਨੇ। ਬਹੁਤਿਆਂ ਦਾ ਸੀ ਨਾ ਖਿਆਲ, ਪਤਾ ਨਹੀਂ ਕਿਹਨੇ ਕਿਹਾ ਸੀ, ਇਸ ਕਰਕੇ ਵੀ ਉਹ ਭਾਵ ਇਹ ਹੈ ਵੀ ਲੋਕ ਇਹ ਵੀ ਦੇਖਦੇ ਨੇ ਨਾ ਉਹਨਾਂ ਨੂੰ ਗੁਰੂ ਦੇ ਸ਼ਬਦ ਦੇ ਨਾਲ ਕੋਈ ਧਿਆਨ ਹੁੰਦਾ। ਵੈਸੇ ਮਾਫ ਕਰਿਓ, ਗਿਲਾ ਨਾ ਮਨਾਇਓ ਇਸ ਗੱਲ ਦਾ।
ਉਹਨਾਂ ਨੂੰ ਕੋਈ ਗੁਰੂ ਦੇ ਸ਼ਬਦ ਨਹੀਂ। ਜਿਵੇਂ ਸੁਥਰੇ ਸ਼ਾਹ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਦਰਬਾਰ ਵਿੱਚ ਚਲਿਆ ਗਿਆ, ਸੰਗਤ ਬਾਣੀ ਪੜ੍ਹਦੀ ਸੀ, ਸੁਥਰੇ ਸ਼ਾਹ ਨੇ ਜਾ ਕੇ ਗਾਲਾਂ ਕੱਢੀਆਂ ਸੰਗਤਾਂ ਨੂੰ, ਬੈਠਿਆਂ ਨੂੰ, ਸਾਰੀਆਂ ਸੰਗਤਾਂ ਨੂੰ ਗਾਲਾਂ ਕੱਢੀਆਂ। ਗੁਰੂ ਨੂੰ, ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਛੱਡਦਾ, ਕਥਾ ਕੀਰਤਨ ਦਾ ਜੋ ਛੱਡਦਾ, ਜਿਉਂ ਭੱਜੇ ਲੈ ਕੇ ਖਲਪਾੜਾਂ ਤੇ ਸੁਥਰੇ ਸ਼ਾਹ ਜੰਗਲਾਂ ਨੂੰ ਜਾ ਚੜਿਆ। ਜਦੋਂ ਜੰਗਲਾਂ ਨੂੰ ਜਾ ਚੜਿਆ ਸੁਥਰੇ ਸ਼ਾਹ ਨਾ ਮੁੜ ਕੇ ਆਇਆ, ਕਈ ਦਿਨ ਨਾ ਆਇਆ ਮੁੜ ਕੇ, ਕਈ ਦਿਨ। ਇੱਕ ਦਿਨ ਸੁਥਰੇ ਸ਼ਾਹ ਨੇ ਆਖਿਆ ਮੈਨੂੰ ਦਰਬਾਰ 'ਚ ਤਾਂ ਵੜਨ ਨਹੀਂ ਦੇਣਾ, ਹੁਣ ਮੈਂ ਕੀ ਕਰਾਂ। ਉਹਨੇ ਇੱਕ ਮਿੱਟੀ ਇਕੱਠੀ ਕਰੀ, ਰੇਤਾ ਇਕੱਠਾ ਕਰਕੇ ਉਹਦੀ ਪੰਡ ਬੰਨ੍ਹ ਕੇ ਸਿਰ ਤੇ ਧਰ ਲਈ ਤੇ ਮੜਾਸਾ ਜਾਂ ਮਾਰ ਲਿਆ ਵੱਡਾ ਸਾਰਾ, ਦਰਬਾਰ ਦੇ ਅੱਗੇ ਆ ਗਿਆ। ਸੰਗਤ ਨੇ ਪਛਾਣ ਲਿਆ ਸੁਥਰੇ ਸ਼ਾਹ ਹੈ ਜਿਹੜਾ ਉਹਦੇ ਗਾਲਾਂ ਕੱਢ ਕੇ ਭੱਜਿਆ ਸੀ। ਫੜ ਲਓ ਕਹਿੰਦੇ। ਸੁਥਰੇ ਸ਼ਾਹ ਕਹਿਣ ਲੱਗਿਆ ਫੜ ਲਿਓ, ਕੋਈ ਗੱਲ ਨਹੀਂ, ਮੈਂ ਭੱਜਦਾ ਨਹੀਂ। ਪਰ ਆ ਕਿਸੇ ਸੇਵਕ ਨੇ ਗੁਰੂ ਘਰ ਵਾਸਤੇ ਖੰਡ ਭੇਜੀ ਹੈ, ਖੰਡ, ਚੀਨੀ, ਮਿੱਠਾ, ਮੈਂ ਮਹਾਰਾਜ ਨੂੰ ਅਰਪਣ ਕਰਕੇ ਬਸ ਹੁਣੀ ਮੁੜਿਆ, ਆ ਕੇ ਜਿਵੇਂ ਤੁਹਾਡੀ ਮਰਜ਼ੀ ਉਸੇ ਤਰ੍ਹਾਂ ਹੀ ਕਰ ਲਿਓ। ਕਹਿੰਦੇ ਠੀਕ ਹੈ। ਅੱਗੇ ਜਾ ਕੇ ਮਹਾਰਾਜ ਜੀ ਦਰਬਾਰ ਵਿੱਚ ਬੈਠੇ ਨੇ। ਸੁਥਰੇ ਸ਼ਾਹ ਨੇ ਖੰਡ ਦੀ ਜਿਹੜੀ ਮਿੱਟੀ ਦਾ ਥੈਲਾ ਸੀ, ਪੰਡ ਕਹਿ ਲੋ, ਧਰ ਕੇ ਮਹਾਰਾਜ ਜੀ ਕੰਨੀ ਝਾਕਿਆ ਨਹੀਂ, ਨਾ ਮੱਥਾ ਟੇਕਿਆ, ਨਾ ਕੀਰਤਨ ਵਾਲਿਆਂ ਕੰਨੀ। ਉਹ ਪੰਡ ਨੂੰ ਮੱਥਾ ਟੇਕ ਦਿੰਦਾ, ਉਹਦੇ ਆਲੇ ਦੁਆਲੇ ਗੇੜੇ ਕੱਢਣ ਲੱਗ ਜਾਂਦਾ। 2 ਮਿੰਟ 3 ਮਿੰਟ 4 ਮਿੰਟ ਇਸੇ ਤਰ੍ਹਾਂ ਹੀ ਕੀਤਾ। ਮਹਾਰਾਜ ਜੀ ਕਹਿਣ ਲੱਗੇ ਉਹ ਸੁਥਰਿਆ ਇਹ ਕੀ ਕਰਦਾ, ਇਹ ਗੁਰੂ ਕਾ ਦਰਬਾਰ ਹੈ, ਤੂੰ ਆਪ ਪੰਡ ਨੂੰ ਮੱਥਾ ਟੇਕੀ ਜਾਂਦਾ, ਪਤਾ ਨਹੀਂ ਇਹਦੇ ਵਿੱਚ ਕੀ ਹੈ। ਸੁਥਰੇ ਸ਼ਾਹ ਕਹਿਣ ਲੱਗੇ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਹੀ ਮੈਂ ਅੱਜ ਤੁਹਾਡੇ ਦਰਬਾਰ ਵਿੱਚ ਆਇਆ, ਤੁਹਾਡੇ ਸਿੱਖ ਮੈਨੂੰ ਵੜਨ ਨਹੀਂ ਦਿੰਦੇ। ਮਹਾਰਾਜ ਨੇ ਬੁਲਾ ਲਿਆ ਸਾਰੇ ਸਿੱਖਾਂ ਨੂੰ, ਕੀ ਕਾਰਨ ਹੈ, ਤੁਸੀਂ ਸੁਥਰੇ ਸ਼ਾਹ ਨੂੰ ਦਰਬਾਰ 'ਚ ਨਹੀਂ ਵੜਨ ਦਿੰਦੇ? ਨਹੀਂ ਮਹਾਰਾਜ, ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਸਿੱਖ ਵੀ ਇਕੱਠੇ ਹੋ ਗਏ ਸਾਰੇ। ਸੁਥਰੇ ਸ਼ਾਹ ਬੈਠਾ ਹੈ, ਅਰਜ ਕਰੀ ਮਹਾਰਾਜ ਜਿੰਨੇ ਵੀ ਨੇ ਸਾਰੇ ਮੇਰੇ ਸੇਵਕ ਨੇ। ਅੱਜ ਅਸੀਂ ਮਨੁੱਖ ਦੇ ਬੰਦੇ ਦੇ ਸੇਵਕ ਨਹੀਂ ਬਣਨਾ, ਜੇ ਬਣਨਾ ਤਾਂ ਗੁਰੂ ਦੇ ਸੇਵਕ ਬਣਨਾ ਹੈ। ਬਸ ਇਹਦੇ ਵਿੱਚ ਨਿਚੋੜ ਹੈ ਇੱਕ ਗੱਲ ਦਾ, ਤੁਹਾਡੇ ਸਾਹਮਣੇ ਆ ਜਾਣੀ ਹੈ। ਉਹ ਅਸੀਂ ਗੁਰੂ ਦੇ ਸ਼ਬਦ ਦੀ ਵਿਚਾਰ ਤੇ ਗੁਰੂ ਦੇ ਨਾਲ, ਜਿਹਨੂੰ ਗੁਰੂ ਤੇ ਭਰੋਸਾ ਹੈ, ਸਤਿਗੁਰੂ ਤੇ ਭਰੋਸਾ ਰੱਖ ਕੇ ਤੁਸੀਂ ਕੋਈ ਵੀ ਕਾਰਜ ਕਰੋ। ਸਤਿਗੁਰੂ ਨੇ ਕਾਜ ਸਵਾਰ ਦੇਣੇ, ਬੰਦੇ ਨੇ ਕਾਰਜ ਨਹੀਂ ਸਵਾਰਨੇ ਤੁਹਾਡੇ, ਕਿਸੇ ਬੰਦੇ ਨੇ, ਚਾਹੇ ਬਾਬਾ ਜਿਹੜਾ ਮਰਜ਼ੀ ਫੜ ਲਿਓ, ਵੱਡੇ ਤੋਂ ਵੱਡਾ ਬ੍ਰਹਮ ਗਿਆਨੀ ਕਿਉਂ ਨਾ ਹੋਵੇ, ਉਹਨੇ ਤੁਹਾਡਾ ਕਾਰਜ ਨਹੀਂ ਸਵਾਰਨਾ। ਸਵਾਰਨਾ ਗੁਰੂ ਨੇ ਕੇਵਲ ਤੇ ਕੇਵਲ, ਜਿਸ ਗੁਰੂ ਦੇ ਚਰਨਾਂ ਵਿੱਚ ਬੈਠੇ ਹਾਂ। ਮਹਾਰਾਜ ਕਹਿਣ ਲੱਗੇ ਉਹ ਤੇਰੇ ਸੇਵਕ ਕਿਵੇਂ ਨੇ? ਕਹਿੰਦੇ ਹਾਂ, ਸਿੱਖਾਂ ਨੇ ਫੜ ਲਿਆ ਸੁਥਰੇ ਸ਼ਾਹ ਨੂੰ। ਮਹਾਰਾਜ ਇੱਕ ਦਿਨ ਸੰਗਤ ਕੀਰਤਨ ਕਰਦੀ ਸੀ, ਇਹਨਾਂ ਗਾਲਾਂ ਕੱਢ ਕੇ ਭੱਜ ਗਿਆ, ਸੰਗਤ ਨੂੰ ਭੈੜੀਆਂ ਭੈੜੀਆਂ ਗਾਲਾਂ ਕੱਢੀਆਂ। ਮਹਾਰਾਜ ਕਹਿਣ ਲੱਗੇ ਉਹ ਸੁਥਰਿਆ ਤੂੰ ਗਾਲਾਂ ਕੱਢੀਆਂ? ਨਹੀਂ ਮਹਾਰਾਜ ਮੈਂ ਤਾਂ ਕੋਈ ਗਾਲਾਂ ਨਹੀਂ ਕੱਢੀਆਂ। ਕਹਿੰਦੇ ਇੱਕ ਗਾਲਾਂ ਕੱਢੀਆਂ, ਦੂਜਾ ਝੂਠ ਬੋਲਦਾ ਹੈ। ਮਹਾਰਾਜ ਜੀ ਕਹਿਣ ਲੱਗੇ ਸੰਗਤ ਨੂੰ ਕਿਹੜੀਆਂ ਕਿਹੜੀਆਂ ਗਾਲਾਂ ਕੱਢੀਆਂ ਸੀ? ਐ ਚਿਣ ਚਿਣ ਕੇ ਰੱਖਤੀਆਂ, ਟੋਕਰਾ ਭਰਤਾ, ਬੋਲੋ ਸਤਨਾਮ। ਇੱਕ ਟੋਕਰਾ ਭਰਤਾ, ਕਹਿੰਦੇ ਜੀ ਆਹ ਗਾਲਾਂ ਇੰਨੀਆਂ ਕੱਢੀਆਂ ਸੀ ਇਹਨੇ, ਤੇ ਕੱਢੀਆਂ ਵੀ ਆਹ ਭੈੜੀਆਂ ਭੈੜੀਆਂ ਗਾਲਾਂ। ਮਹਾਰਾਜ ਕਹਿਣ ਲੱਗੇ ਸੁਥਰਿਆ ਤੇਰੇ ਵਾਸਤੇ ਚੰਗੀ ਗੱਲ ਨਹੀਂ, ਤੂੰ ਗਾਲਾਂ ਕੱਢ ਕੇ ਭੱਜਿਆ। ਮਹਾਰਾਜ ਠੀਕ ਹੈ, ਮੈਂ ਗਾਲਾਂ ਕੱਢ ਕੇ ਭੱਜਿਆ, ਇਹ ਮੇਰੇ ਚੇਲੇ ਨੇ ਤਾਂ ਕੱਢੀਆਂ ਨੇ ਮੈਂ ਗਾਲਾਂ। ਸੰਗਤ ਕਹਿਣ ਲੱਗੀ ਅਸੀਂ ਤੈਨੂੰ ਮਨ ਜਾਣਦੇ ਨਹੀਂ ਕਰਦੇ, ਤੂੰ ਕਹਿੰਦਾ ਵੀ ਮੇਰੇ ਚੇਲੇ ਨੇ? ਕਹਿੰਦੇ ਹਾਂ ਮੇਰੇ ਚੇਲੇ ਨੇ ਸਾਰੇ। ਚੰਗਾ ਉਹ ਦੱਸੋ ਉਦੋਂ ਬਾਣੀ ਕਿਹੜੀ ਪੜ੍ਹੀ ਜਾਂਦੀ ਸੀ, ਕਿਹੜਾ ਸ਼ਬਦ ਪੜ੍ਹਿਆ ਜਾ ਰਿਹਾ ਸੀ, ਕਿਹੜੇ ਰਾਗ ਵਿੱਚ ਕੀਰਤਨ ਹੋ ਰਿਹਾ ਸੀ, ਕਿਹੜਾ ਰਾਗੀ ਸਿੰਘ ਕੀਰਤਨ ਕਰਦਾ ਸੀ, ਉਹ ਕਿਸੇ ਦੇ ਵੀ ਯਾਦ ਨਾ। ਕਹਿੰਦੇ ਮਹਾਰਾਜ ਮੈਂ ਤੁਹਾਨੂੰ ਕਿਹਾ ਸੀ ਇਹ ਮੇਰੇ ਹੀ ਚੇਲੇ ਨੇ ਸਾਰੇ, ਇਸ ਕਰਕੇ ਆਪਾਂ ਗੁਰੂ ਦੇ ਚੇਲੇ ਬਣਨੇ ਆ। ਕੋਈ ਵੀ ਚੀਜ਼ ਲੈ ਕੇ ਆਉਂਦਾ ਇੱਕ ਤਿਲ ਨਹੀਂ ਭੰਨਾ ਘੱਲ ਹੈ, ਗੁਰਬਾਣੀ ਦਾ ਸ਼ਬਦ ਹੈ। ਇੱਕ ਤਿਲ, ਤਿਲ ਦੇਖ ਲਓ ਕਿੰਨਾ ਕੁ ਹੈ। ਕਹਿੰਦੇ ਜੇ ਕੋਈ ਤਿਲਕ ਜਿੰਨੀ ਸੇਵਾ ਕਰ ਲੂ ਨਾ ਮਹਾਰਾਜ ਦੀ, ਉਹਦੀ ਵੀ ਥਾਏ ਪੈ ਜਾਂਦੀ ਹੈ। ਇੱਕ ਤਿਲ ਨਹੀਂ ਭੰਨਾ ਘੱਲ ਹੈ, ਗੁਰੂ ਜਾਣਦਾ, ਮਨੁੱਖ ਨਹੀਂ ਜਾਣਦਾ। ਮੈਂ ਨਹੀਂ ਜਾਣਦਾ ਤੁਹਾਡੀ ਸ਼ਰਧਾ ਭਾਵਨਾ ਕਿੰਨੀ ਕੁ ਹੈ, ਤੁਸੀਂ ਮੇਰੇ ਹਿਰਦੇ ਦੀ ਨਹੀਂ ਜਾਣਦੇ ਵੀ ਮੇਰੇ ਹਿਰਦੇ ਵਿੱਚ ਕਿੰਨੀ ਕੁ ਭਾਵਨਾ ਹੈ। ਇਹ ਕੌਣ ਜਾਣਦਾ? ਇਹ ਸਾਡਾ ਗੁਰੂ ਜਾਣਦਾ ਹੈ। ਇਸ ਕਰਕੇ ਭਾਈ ਚਲੋ ਕਈ ਵਾਰੀ ਬਹੁਤੇ ਤਾਂ ਮਾਫ ਕਰਿਓ, ਐਂ ਰੱਖਦੇ ਨੇ ਕੰਨ ਵੀ ਸ਼ਬਦ ਦਾ ਤਾਂ ਚਲੋ ਠੀਕ ਹੈ, ਬਾਬੇ ਜਿਹੜਾ ਕੁਝ ਕਹਿੰਦੇ ਨੇ ਕਹਿੰਦੇ ਹੀ ਨੇ, ਐਂ ਬਸ ਉਹ ਟੇਢਾ ਕਰਕੇ ਸੁਣਦੇ ਰਹਿੰਦੇ ਨੇ ਵੀ ਜਿਹੜੇ ਸਾਡੇ ਵਾਲੇ 5 ਰੁਪਏ ਦਿੱਤੇ ਸੀ ਉਹ ਬੋਲੇ ਨੇ ਬਾਬੇ ਨੇ ਕਿ ਨਹੀਂ ਬੋਲੇ। ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਬਸ ਜਦੋਂ ਗੁਰੂ ਦੇ ਚਰਨਾਂ ਵਿੱਚ ਹੀ ਆ ਗਏ, ਗੁਰਦੁਆਰੇ ਦੇ ਅੰਦਰ ਜਿਹੜੀ ਵਸਤੂ ਆ ਗਈ ਉਹ ਗੁਰੂ ਦੀ ਹੈ ਤੇ ਅਸੀਂ ਵੀ ਗੁਰੂ ਦੇ ਹਾਂ। ਮਹਾਰਾਜ ਜੀ ਕਹਿੰਦੇ ਜੇ ਤੂੰ ਮੇਰਾ ਹੋਏ ਰਹੋ ਸਭ ਜੱਗ,
ਤੇਰਾ ਹੋਏ। ਆਓ ਬਾਬਾ ਬੰਦਾ ਸਿੰਘ ਬਹਾਦਰ ਦੇ ਦਿਨ ਚੱਲ ਰਹੇ ਨੇ, ਕੱਲ ਉਹਨਾਂ ਦਾ ਆਗਮਨ ਪੁਰਬ ਸੀ। ਮੈਂ ਥੋੜਾ ਜਿਹਾ ਸਮਾਂ ਤੁਹਾਡਾ ਉੱਧਰ ਜੋੜਾਂ, ਧਿਆਨ ਜੋੜੀਏ, ਤੁਹਾਡਾ ਵੀ ਜੁੜੇ ਤੇ ਮੇਰਾ ਵੀ ਧਿਆਨ ਜੁੜੇ। ਸਤਿਗੁਰ ਨੇ ਅਪਾਰ ਬਖਸ਼ਿਸ਼ ਕੀਤੀ। ਰਜੌਰੀ ਦੇ ਰਹਿਣ ਵਾਲਾ ਧੰਨ ਬਾਬਾ ਬੰਦਾ ਸਿੰਘ ਬਹਾਦਰ, ਜਿਹੜਾ ਉਹ ਬੜਾ ਧਨਾੜ ਅਮੀਰ ਬੰਦਾ ਸੀ, ਉਸ ਬਾਬੇ ਬੰਦੇ ਬਹਾਦਰ ਨੇ ਮਾਧੋ ਦਾਸ ਵੈਰਾਗੀ ਬਣਿਆ। ਬਾਅਦ ਵਿੱਚ ਜਦੋਂ ਤੀਰ ਕਮਾਨ ਗਲ ਵਿੱਚ ਪਾਇਆ, ਸ਼ਿਕਾਰ ਖੇਡਣ ਵਾਸਤੇ ਗਿਆ, ਇੱਕ ਹਿਰਨੀ ਆਉਂਦੀ ਹੈ, ਉਹਦੇ ਤੀਰ ਮਾਰਿਆ, ਉਹ ਤੜਫ ਕੇ ਮਰ ਗਈ ਹਿਰਨੀ ਸਾਹਮਣੇ। ਤੇ ਜਦੋਂ ਉਹਦੀ ਚੀਰ ਫਾੜ ਕਰੀ, ਉਹਦੇ ਪੇਟ ਵਿੱਚੋਂ 4 ਬੱਚੇ ਸਾਹਮਣੇ ਤੜਫ ਕੇ ਮਰ ਗਏ। ਇੱਕ ਫਕੀਰ ਬਣ ਗਿਆ, ਫੱਕਰ ਫਕੀਰ ਬਣ ਗਿਆ। ਚਲੋ ਇਹ ਵੀ ਕਹਿੰਦੇ ਉਹਨਾਂ ਨੇ, ਕਈ ਬੰਦੇ ਐਸੇ ਹੁੰਦੇ ਸੱਟ ਖਾਣ ਤੇ ਬੋਲੀ ਮਾਰੀ ਤੋਂ ਵੀ ਕਈਆਂ ਦਾ ਜੀਵਨ ਬਦਲਦਾ, ਬੋਲੀ ਮਾਰੀ ਤੋਂ। ਤੇ ਚਲੋ ਕਿਸੇ ਦਾ ਜੀਵਨ ਬਦਲ ਜਾਵੇ। ਮਹਾਰਾਜ ਜੀ ਕਹਿਣ ਲੱਗੇ, ਜੀਵਨ ਕਦੋਂ ਬਦਲਦਾ? ਜਦੋਂ ਗੁਰੂ ਦੇ ਪਿਆਰ ਦੀ ਸੱਟ ਵੱਜੇ। ਗੁਰੂ ਦਾ ਬਾਣ ਇੱਕ ਐਸਾ ਨਹੀਂ, ਅੱਲਾ ਤੀਰ ਵੱਜ ਜਾਵੇ ਤੇ ਉਹਦੀ ਫਿਰ ਮਹਾਰਾਜ ਜੀ ਕਹਿੰਦੇ ਬੜੇ ਪਿਆਰ ਦੇ ਵਿੱਚ ਆ ਕੇ ਕਈ ਵਾਰੀ ਮਨੁੱਖ ਦਾ ਜੀਵਨ ਬਦਲ ਜਾਂਦਾ। ਜਿਵੇਂ ਆਪਾਂ ਕਿਸੇ ਨੂੰ ਗੱਲ ਕਹਿ ਦੋ, ਕਈ ਵਾਰੀ ਆਪਾਂ ਸੁੱਤੇ ਜੇ ਗੱਲ ਕਰਦੇ ਹੁੰਦੇ ਨਾ, ਅਗਲਾ ਕਹਿ ਦਿੰਦਾ ਇਹ ਤਾਂ ਮੈਨੂੰ ਕਹੀ ਜਾਂਦੀ ਹੈ ਗੱਲ, ਭਾਵ ਉਹ ਇਹ ਅਨੁਮਾਨ ਲੱਗਦਾ ਵੀ ਇਹਦੇ ਵਿੱਚ ਗਲਤੀ ਆ, ਉਹ ਆਪਣੀ ਗਲਤੀ ਆਪੇ ਹੀ ਸੋਚੀ ਜਾਂਦਾ ਵੀ ਇਹ ਸ਼ਬਦ ਸ਼ਾਇਦ ਮੈਨੂੰ ਕਹਿ ਰਿਹਾ ਹੈ। ਪਰ ਮਹਾਰਾਜ ਜੀ ਕਹਿੰਦੇ ਸਿੱਖਾ ਇਸ ਗੱਲ ਤੋਂ ਉੱਪਰ ਉੱਠ, ਚਲੋ ਅੱਗੇ ਫਿਰ ਸਾਧੂਆਂ ਦੀ ਸੰਗਤ ਕਰਦਾ ਜ ਨੰਦੇੜ ਦੀ ਪਾਵਨ ਧਰਤੀ ਉੱਤੇ, ਹਜੂਰ ਸਾਹਿਬ ਦੀ ਧਰਤੀ ਉੱਤੇ ਚਲਿਆ ਗਿਆ। ਇਧਰ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਨੰਦੇੜ ਦੀ ਧਰਤੀ, ਵਾਹਿਗੁਰੂ ਜੀ ਦਮਦਮਾ ਸਾਹਿਬ ਦੀ ਧਰਤੀ ਤੋਂ ਨਾਲ ਲੈ ਕੇ ਸਿੱਖਾਂ ਨੂੰ ਜਦੋਂ ਤੁਰੇ, ਸੰਦੇਸ਼ੇ ਮਿਲਦੇ ਕਿ ਮਹਾਰਾਜ ਨੰਦੇੜ ਨਾ ਜਾਇਓ, ਉੱਥੇ ਬੰਦਾ ਸਿੰਘ ਬਹਾਦਰ ਹੈ, ਮਾਧੋ ਦਾਸ ਵੈਰਾਗੀ ਹੈ, ਉਹਦੇ ਕੋਲੇ ਥੋੜੀ ਬਹੁਤੀ ਕਰਾਮਾਤ ਹੈ, ਥੋੜੀ ਬਹੁਤੀ। ਉਹ ਆਏ ਕਿ ਸਾਧੂ ਦੀ ਬੇਦਬੀ ਕਰਦਾ, ਆਪਣੇ ਤਖਤ ਉੱਤੇ ਬਿਠਾ ਕੇ ਤਖਤ ਮੁੱਦਾ ਮਾਰਦਾ। ਮਹਾਰਾਜ ਕਹਿਣ ਲੱਗੇ ਚਲੋ ਚੱਲੀਏ, ਉਹਦੇ ਕੋਲ ਤਾਂ ਜ਼ਰੂਰ ਜਾਣਾ। ਹਜੂਰ ਸਾਹਿਬ ਦੀ ਧਰਤੀ ਨੂੰ, ਨੰਦੇੜ ਨੂੰ ਮਹਾਰਾਜ ਜੀ ਜਾ ਰਹੇ ਨੇ। ਰਸਤੇ ਵਿੱਚ ਮਹਾਰਾਜ ਨੂੰ ਸੰਦੇਸ਼ੇ ਮਿਲਦੇ ਜਾਂਦੇ ਨੇ। ਮਹਾਰਾਜ ਜੀ ਕਹਿਣ ਲੱਗੇ ਕੋਈ ਗੱਲ ਨਹੀਂ, ਉਹਨੂੰ ਦਵਾਈ ਦੇਣ ਵਾਸਤੇ ਨਾਮ ਦੀ ਅਸੀਂ ਜਾ ਰਹੇ ਹਾਂ। ਸੱਚੇ ਪਾਤਸ਼ਾਹ ਬਹੁਤੀ ਬੇਦਬੀ ਕਰਦਾ ਹੈ। ਬਹੁਤ ਸਾਧੂਆਂ ਨੇ ਹੱਥ ਬੰਨੇ। ਮਹਾਰਾਜ ਜੀ ਕਹਿੰਦੇ ਮੈਂ ਹੱਥ ਨਹੀਂ ਬੰਨਦਾ ਉਹਦੇ ਮੂਹਰੇ ਜਾ ਕੇ। ਕਈ ਗੱਲਾਂ ਐਸੀਆਂ ਹੁੰਦੀਆਂ ਨੇ ਹੱਥ ਬੰਨਿਆ ਤੋਂ ਲੋਟ ਆ ਜਾਂਦੇ, ਕਈ ਗੱਲਾਂ ਹੁੰਦੀਆਂ ਹੱਥ ਬੰਨਿਆ ਤੋਂ ਵੀ ਲੋਟ ਨਹੀਂ ਆਉਂਦੀਆਂ। ਫਿਰ ਅਸੀਂ ਕਿਹਦਾ ਸਹਾਰਾ ਲੈਣੇ? ਪ੍ਰਸ਼ਾਸਨ ਦਾ, ਸਰਕਾਰ ਦਾ, ਵੀ ਥਾਣੇ 'ਚ ਰਿਪੋਰਟ ਦੇ ਦਿਓ, ਉੱਥੇ ਇਹਦੇ 4 ਪੱਟੇ ਪਵਾ ਦਾਂਗੇ, ਆਪੇ ਇਹਦੇ ਬਲ ਨਿਕਲ ਜਾਣਗੇ। ਆਪਾਂ ਹੀ ਕਹਿੰਦੇ ਨਾ, ਕਲਗੀਧਰ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਹੱਥ ਬੰਨਿਆ ਤੋਂ ਲੋਟ ਨਹੀਂ ਆਉਂਦਾ। ਨਹੀਂ, ਸੱਚੇ ਪਾਤਸ਼ਾਹ ਕਹਿੰਦੇ ਫਿਰ ਮੈਂ ਜਾਣਾ। 3.5 ਫੁੱਟ ਦੀ ਤਲਵਾਰ ਮੈਂ ਐਵੇਂ ਨਹੀਂ ਚੁੱਕੀ ਹੈ। ਇਹ ਵੀ ਜਿਹੜੇ ਲੋਕ ਧਰਮ ਦੇ ਖਿਲਾਫ ਨੇ ਉਹਨਾਂ ਨੂੰ ਸਿੱਧੇ ਰਸਤੇ ਪਾਉਣ ਵਾਸਤੇ ਮਹਾਰਾਜ ਜੀ ਕਹਿੰਦੇ ਉਹ ਬਹਿਰੀ ਨਾ ਹੁੰਦਾ ਮਿੱਤ ਹੱਥਾਂ ਬਾਜ ਕਰਾਰਿਆਂ ਦੇ, ਬਹਿਰੀ ਨਾ ਹੁੰਦਾ ਮਿੱਤ ਹੱਥਾਂ ਬਾਜ ਕਰਾਰਿਆਂ ਦੇ, ਬਹਿਰੀ ਨਾ ਹੁੰਦਾ ਮਿੱਤ ਹੱਥਾਂ ਬਾਜ ਕਰਾਰਿਆਂ ਦੇ, ਬਹਿਰੀ ਨਾ ਹੁੰਦਾ ਮਿੱਤ ਬਾਜ ਕਰਾਰਿਆਂ ਦੇ, ਵੈਰੀ ਨਾ ਹੁੰਦਾ ਮਿੱਤੋ ਹੱਥਾਂ ਬਾਜ ਕਰਾਰਿਆਂ ਦੇ, ਵੈਰੀ ਨਾ ਹੁੰਦਾ ਮਿੱਤੋ ਹੱਥਾਂ ਬਾਜ ਕਰਾਰਿਆਂ ਦੇ। ਕਹਿਣ ਲੱਗੇ ਜੇ ਇਸ ਤਰ੍ਹਾਂ ਨਹੀਂ ਸਮਝਦਾ ਤਾਂ ਨੰਦੇੜ ਦੀ ਧਰਤੀ ਉੱਤੇ ਚਲੇ ਗਏ। ਚਲੋ ਕਲਗੀਧਰ ਪਾਤਸ਼ਾਹ ਮਹਾਰਾਜ ਜਾ ਕੇ ਉਹਦੇ ਆਸਣ ਦੇ ਉੱਤੇ ਬਿਰਾਜਮਾਨ ਹੋ ਗਏ, ਤਖਤ ਦੇ ਉੱਤੇ ਬੈਠ ਗਏ। ਜੇ ਭਗਵਾਨ ਰਾਮ ਜੀ ਨੂੰ ਮਰਜ਼ਾਦਾ ਪੁਰਸ਼ੋਤਮ ਕਿਹਾ ਜਾਂਦਾ ਹੈ ਤੇ ਕਲਗੀਧਰ ਪਾਤਸ਼ਾਹ ਮਹਾਰਾਜ ਤੋਂ ਵੱਡਾ ਵੀ ਕੋਈ ਮਰਜ਼ਾਦਾ ਪੁਰਸ਼ੋਤਮ ਨਹੀਂ ਸੀ। ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੀ ਵੱਡੀ ਮਰਜ਼ਾਦਾ। ਹੁਣ ਬਹੁਤੇ ਲੋਕ ਕਹਿੰਦੇ ਉੱਥੇ ਜਾ ਕੇ ਬੱਕਰੇ ਝਟਕਾਏ ਮਹਾਰਾਜ ਨੇ, ਪਰ ਦਿਖਾਓ ਕਾਹਦੇ ਵਿੱਚ ਲਿਖਿਆ? ਕੋਈ ਇਤਿਹਾਸ ਹੈ ਤੁਹਾਡੇ ਕੋਲ ਇਹ ਗੱਲ ਦਾ ਸਬੂਤ ਹੈ? ਇਹ ਜੀਵ ਦੇ ਸਵਾਦੀ ਇਹ ਗੱਲਾਂ ਕਰਦੇ ਨੇ। ਮਹਾਰਾਜ ਜੀ ਤਖਤ ਉੱਤੇ ਬੈਠ ਗਏ। ਮਾਧੋ ਦਾਸ ਦੇ ਬੈਰਾਗੀ ਦੇ ਚੇਲੇ ਭੱਜ ਕੇ ਗਏ। ਉਹ ਅੱਜ ਤੇਰੇ ਤਖਤ ਉੱਤੇ ਇੱਕ ਰਾਜਾ ਆ ਕੇ ਬਹਿ ਗਿਆ। ਰਾਜਾ, ਉਹਦੇ ਕਲਗੀ ਵੀ ਸਜੀ ਹੈ, ਉਹਦੇ ਵਸਤਰ ਬੜੇ ਕੀਮਤੀ ਪਾਏ, ਧਨ ਸਬਾਨ ਪਾਇਆ ਹੋਇਆ, ਤਲਵਾਰ ਬੱਧੀ ਹੋਈ ਆ, ਉਹਦੇ ਗੱਤਰੇ ਦੀ ਤਲਵਾਰ ਪਾਈ ਹੋਈ ਹੈ। ਰਾਜਾ ਹੈ ਕੋਈ, ਚੱਲ ਜਾ ਕੇ ਵੇਖੋ ਇਹਨੂੰ। ਮਾਧੋ ਦਾਸ ਬੈਰਾਗੀ ਦੇ 5 ਵੀਰ ਵਸ ਕੀਤੇ ਹੋਏ ਨੇ, ਗੈਬੀ ਸ਼ਕਤੀਆਂ। ਜਾਓ ਜਾ ਕੇ ਪਲੰਗਾ ਮੁੱਦਾ ਮਾਰ ਦੋ।
ਉਹ ਕਹਿੰਦੇ ਪਲਗਾ ਮੁੱਦਾ ਮਾਰਨ ਦੀ ਗੱਲ ਕਰਦਾ, ਧਰਤੀ ਦੇ ਵਿੱਚ 1 ਫੁੱਟ ਬਹਿੰਦਾ ਜਾਂਦਾ ਥੱਲੇ ਨੂੰ, ਸਾਡਾ ਬਲ ਨਹੀਂ ਚੱਲਦਾ। ਤੂੰ ਜਾ ਕੇ ਵੇਖ, ਜਿਹੜਾ ਉਹ ਤਖਤ ਉੱਤੇ ਬੈਠਾ ਹੈ ਨਾ, ਤੇਰੇ ਨਾਲੋਂ ਵੀ ਦੁੱਗਣੀ ਚੌਗਣੀ ਤਾਕਤ ਉਹਦੇ ਕੋਲੇ, ਤੇਰੇ ਨਾਲੋਂ ਦੁੱਗਣੀ ਚੌਗਣੀ। ਕੰਨ ਇਹ ਵਡਿਆਈ ਨਹੀਂ ਸੁਣ ਸਕੇ। ਜਦੋਂ ਕਿਹਾ ਤੇਰੇ ਨਾਲੋਂ ਵੀ ਚੌਗਣੀ ਕਮਾਈ ਹੈ, ਦੁੱਗਣੀ ਨਹੀਂ ਚੌਗਣੀ ਕਮਾਈ ਹੈ ਉਹਦੇ ਕੋਲੇ, ਪਰ ਹੈ ਰਾਜਾ ਕੋਈ। ਮਾਧੋ ਦਾਸ ਵਿਰਾਗੀ ਕਹਿਣ ਲੱਗਾ ਮੇਰੇ ਨਾਲੋਂ ਕੀ ਕਿਹੜਾ ਵੀ ਵੱਡਾ ਹੋਇਆ? ਕਹਿੰਦੇ ਹਾਂ ਚੱਲ ਜਾ ਕੇ ਦੇਖ, ਜੇ ਪਤਾ ਜਿਹੜਾ ਤਖਤ ਉੱਤੇ ਬੈਠਾ ਤਾਂ ਪੀਰ ਪਲੰਗ ਤੇ ਜਿਹੜਾ, ਉਸ ਵੱਲ ਤੱਕਿਆ ਜਾਵੇ ਨਾ, ਪੀਰ ਪਲੰਗ ਤੇ ਜਿਹੜਾ ਜਾਵੇ ਨਾ, ਪੀਰ ਪਲੰਗ ਤੇ ਜਿਹੜਾ, ਉਸ ਵੱਲ ਤੱਕਿਆ ਜਾਵੇ ਨਾ, ਬੈਠਾ ਪੀਰ ਪਲੰਗ ਤੇ ਜਿਹੜਾ, ਉਸ ਵੱਲ ਤੱਕਿਆ ਜਾਵੇ ਨਾ, ਬੈਠਾ ਪੀਰ ਪਲੰਗ ਤੇ ਜਿਹੜਾ, ਉਸ ਵੱਲ ਤੱਕਿਆ ਜਾਵੇ ਨਾ, ਬੈਠਾ ਪੀਰ ਪਲੰਗ ਤੇ ਜਿਹੜਾ, ਉਸ ਵੱਲ ਤੱਕਿਆ ਜਾਵੇ ਨਾ। ਆਜੀ ਤਖਤ ਉੱਤੇ ਬੈਠੇ ਮਾਧੋ ਦਾਸ ਵਿਰਾਗੀ ਆ ਕੇ ਵੇਖਿਆ, ਉਹ ਇਹ ਤਾਂ ਕੋਈ ਰਾਜਾ ਫਕੀ, ਸੱਚਮੁੱਚ ਰਾਜਾ ਹੀ ਹੈ। ਇਹਦੇ ਕਲਗੀ ਵੀ ਸਜੀ ਹੋਈ ਹੈ, ਇਹਦੇ ਬਸਤਰ ਰਾਜੇ ਮਹਾਰਾਜਿਆਂ ਵਾਲੇ। ਸੁਖਮਨੀ ਸਾਹਿਬ ਵਿੱਚ ਮਹਾਰਾਜ ਜੀ ਫਰਮਾਨ ਕਰਦੇ ਨੇ, ਰਾਜ ਮੈਂ ਰਾਜ, ਜੋਗ ਮੈਂ ਜੋਗੀ, ਤਪ ਮੈਂ ਤਪੀਸਰ, ਗ੍ਰਸਤ ਮੈਂ ਭੋਗੀ। ਤੇ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਤਖਤ ਉੱਤੇ ਬੈਠੇ, ਮਾਧੋ ਦਾਸ ਆ ਗਿਆ, ਆ ਕੇ ਮਹਾਰਾਜ ਦਾ ਦਰਸ਼ਨ ਕਰਕੇ ਨਾ ਤੇ ਸੱਚੇ ਪਾਤਸ਼ਾਹ ਦਾ ਹੀ ਹੋ ਕੇ ਰਹਿ ਗਿਆ। ਤੁਧ ਡਿੱਠੇ ਸੱਚੇ ਪਾਤਸ਼ਾਹ, ਮਲ ਜਨਮ ਦੀ ਕੱਟੀ ਹੈ। ਸਿੱਖਾ ਤੇਰਾ ਇਹੋ ਜਿਹਾ ਸੁਭਾਅ ਬਣ ਜੇ, ਤੂੰ ਗੁਰੂ ਕੋਲ ਆ ਕੇ ਤੇਰੇ ਮਨ ਦੇ ਗਲਤ ਫੁਰਨੇ ਜਿਹੜੇ ਆ ਉਹ ਸਾਰੇ ਠੀਕ ਹੋ ਜਾਣ, ਫਿਰ ਮੱਥਾ ਟੇਕਣ ਦਾ ਫਾਇਦਾ, ਫਿਰ ਗੁਰੂ ਘਰ ਆਉਣ ਦਾ ਫਾਇਦਾ। ਜੇ ਤੇਰੇ ਮਨ ਵਿੱਚ ਗੁਰੂ ਘਰ ਆ ਕੇ ਵੀ ਮਨ ਦੇ ਵਿੱਚ ਕੂੜ ਕਬਾੜ ਇਕੱਠਾ ਕਰੀ ਫਿਰਦਾ ਰਿਹਾ, ਫਿਰ ਗੁਰੂ ਦੇ ਚਰਨਾਂ ਵਿੱਚ ਆ ਕੇ ਮੱਥਾ ਟੇਕਣ ਦਾ ਕੋਈ ਫਾਇਦਾ ਤਾਂ ਲੱਗਿਆ ਨਹੀਂ। ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਵੀ ਕੋਈ ਫਾਇਦਾ ਹੈ? ਜੇ ਤਾਂ ਇਹ ਗੱਲ ਆ ਕੇ ਕਿਹਾ ਹੀ ਨਹੀਂ ਗੁਰੂ ਦੇ ਚਰਨਾਂ ਦੇ ਵਿੱਚ ਸੱਚੇ ਪਾਤਸ਼ਾਹ, ਨਾ ਦਿਸੇ ਬੇਗਾਨਾ ਜੀ, ਨਾ ਕੋਈ ਵੈਰੀ, ਨਾ ਕੋਈ ਵੈਰੀ, ਦਿਸੇ ਬੇਗਾਨਾ ਜੀ, ਉਹ ਨਾ ਕੋਈ ਵੈਰੀ, ਨਾ ਕੋਈ ਵੈਰੀ, ਨਾ ਦਿਸੇ ਬੇਗਾਨਾ ਜੀ, ਨਾ ਕੋਈ ਵੈਰੀ, ਨਾ ਕੋਈ ਵੈਰੀ, ਨਾ ਦਿਸੇ ਬੇਗਾਨਾ ਜੀ, ਨਾ ਕੋਈ ਵੈਰੀ, ਨਾ ਕੋਈ ਵੈਰੀ, ਨਾ ਦਿਸੇ ਬੇਗਾਨਾ ਜੀ, ਨਾ ਕੋਈ ਵੈਰੀ, ਨਾ ਕੋਈ ਵੈਰੀ, ਨਾ ਦਿਸੇ ਬੇਗਾਨਾ ਜੀ, ਨਾ ਕੋਈ ਵੈਰੀ, ਨਾ ਕੋਈ ਵੈਰੀ। ਮਹਾਰਾਜ ਜੀ ਕਹਿੰਦੇ ਤਾਂ ਕੱਢ ਦੇ। ਉਹ ਜਦੋਂ ਆ ਕੇ ਮੱਥਾ ਟੇਕਿਆ, ਮਾਧੋ ਦਾਸ ਵਿਰਾਗੀ ਨੇ ਮਹਾਰਾਜ ਸਿਰ ਤੇ ਹੱਥ ਰੱਖਿਆ, ਕਹਿੰਦੇ ਕੌਣ ਹੈ? ਮਹਾਰਾਜ ਜੀ ਮੈਂ ਬੰਦਾ। ਮਹਾਰਾਜ ਜੀ ਕਹਿੰਦੇ ਬੰਦਾ ਹੋਏ ਸੋ ਬੰਦਗੀ ਗਹਿ। ਕਹਿੰਦੇ ਬੰਦਿਆਂ ਵਾਲਾ ਕੰਮ ਤਾਂ ਕੋਈ ਕਰਦਾ ਨਹੀਂ ਤੂੰ, ਉਹ ਫਕਰ ਫਕੀਰਾਂ ਦੀ ਬੇਇੱਜ਼ਤੀ ਕਰਦੇ ਨੇ ਤਖਤ ਉੱਤੇ ਬਿਠਾ ਕੇ। ਤੈਨੂੰ ਆਈ ਕੁਝ ਸਿਖਾਇਆ? ਕਿੱਥੋਂ ਆਇਆ? ਫਿਰ ਸਾਰੀ ਵਾਰਤਾ ਸੁਣਾਈ। ਮਹਾਰਾਜ ਜੀ ਰਜੌਰੀ ਦੇ ਰਹਿਣ ਵਾਲਾ, ਰਾਜਪੂਤਾਂ ਦਾ ਮੁੰਡਾ ਹੈ। ਮਹਾਰਾਜ ਕਹਿੰਦੇ ਵਧੀਆ ਨੱਟ ਹੈ, ਵਧੀਆ ਇਹ ਪੁਰਜਾ ਜਿਹੜਾ ਥਾਂ ਤੇ ਲੱਗ ਜੂ ਨਾ ਕਿਤੇ, ਵਧੀਆ ਮਸ਼ੀਨਰੀ ਚੱਲ ਪੂਗੀ। ਸ਼ਸਤਰ ਵਿਦਿਆ ਦਾ ਧਨੀ ਹੈ, ਜਿਹੜਾ ਉਹ ਪਾਠ ਪੂਜਾ ਵਿੱਚ ਵੀ ਨਿਪੁੰਨ ਹੈ, ਵਧੀਆ ਚੰਗਾ ਗੁਣ ਹੈ ਇਹਦੇ ਕੋਲੇ। ਤੇ ਸੱਚੇ ਪਾਤਸ਼ਾਹ ਕਹਿੰਦੇ ਫੇਰ ਕਿਉਂ ਨਿਕਲਿਆ ਘਰੋਂ? ਕਹਿੰਦੇ ਜੀ ਇੱਕ ਦਿਨ ਮੈਂ ਹਿਰਨੀ ਮਾਰਤੀ, ਉਹਦੇ 4 ਬੱਚੇ ਪੇਟ ਵਿੱਚੋਂ ਨਿਕਲੇ, ਤੜਫ ਤੜਫ ਕਰਕੇ ਮੈਂ ਸਾਧ ਬਣ ਗਿਆ। ਮਰ ਕਹਿਣ ਵਾਹ ਤੇਰੇ 4 ਬੱਚੇ ਹਿਰਨੀ ਦੇ ਮਰ ਗਏ, ਉਹ ਮੇਰੇ 4 ਪੁੱਤਰ ਸ਼ਹੀਦ ਕਰ ਦਿੱਤੇ ਪੰਜਾਬ ਦੀ ਧਰਤੀ ਉੱਤੇ, 2 ਚਮਕੌਰ ਦੀ ਗੜੀ ਵਿੱਚ, 2 ਉਸ ਸਰਹੰਦ ਦੀਆਂ ਕੰਧਾਂ ਦੇ ਵਿੱਚ ਅਣ ਕੇ ਸ਼ਹੀਦ ਕਰ ਦਿੱਤੇ। ਤੇ ਮੈਨੂੰ ਤਾਂ ਵਿਰਾਗ ਨਹੀਂ ਲੱਗਿਆ, ਤੇ ਤੈਨੂੰ ਕੱਲਾ ਹਿਰਨੀ ਮਰੀ ਤੋਂ ਵਿਰਾਗ ਲੱਗ ਗਿਆ। ਪਾਪ ਕਹਿਣ ਤੋਂ ਚਲੋ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਫਿਰ ਮਿਹਰ ਦਾ ਹੱਥ ਰੱਖਿਆ ਉਸ ਮਾਧੋ ਦਾਸ ਵਿਰਾਗੀ ਦੇ ਉੱਤੇ। ਜਦੋਂ ਮਿਹਰ ਦਾ ਹੱਥ ਰੱਖਿਆ, ਗੁਰੂ ਦੇ ਚਰਨਾਂ ਵਿੱਚ ਆ ਕੇ ਬਸ ਇੱਕ ਵਾਰੀ ਮੱਥਾ ਟੇਕਿਆ, ਗੁਰੂ ਦਾ ਹੀ ਬਣ ਕੇ ਬਹਿ ਗਿਆ। ਸਭ ਕੁਝ ਜਿੰਨਾ ਵੀ ਕੂੜ ਕਬਾੜ ਇਕੱਠਾ ਕਰਿਆ ਸੀ ਨਾ, ਉਹ ਸਾਰਾ ਮਿਟ ਗਿਆ। ਤੁਧ ਡਿੱਠੇ ਗੁਰੂ ਦੀ ਨਜ਼ਰ ਪੈ ਗਈ। ਅਸੀਂ ਤਾਂ ਦੇਖਦੇ ਹਾਂ ਗੁਰੂ ਨੂੰ ਰੋਜ਼,
ਅਸੀਂ ਮੱਥਾ ਟੇਕਦੇ ਹਾਂ ਆ ਕੇ ਗੁਰੂ ਨੂੰ, ਅੱਜ ਚਾਨਣੀ ਵਧੀਆ ਲੱਗੀ, ਅੱਜ ਰਮਾਲੇ ਵਧੀਆ ਲੱਗੇ, ਅੱਜ ਆਹ ਕੰਮ ਹੈ, ਅੱਜ ਆਹ ਕੰਮ ਹੈ, ਇਹ ਦੇਖ ਲਿਆ, ਪਰ ਗੁਰੂ ਦਾ ਦਰਸ਼ਨ ਨਹੀਂ ਕਰਿਆ। ਰਮਾਲਿਆਂ ਦੇ ਥੱਲੇ ਗੁਰੂ ਦਾ ਦਰਸ਼ਨ ਨਹੀਂ ਕਰਿਆ ਵੀ ਉਹਦੇ ਵਿੱਚ ਗੁਰੂ ਸਾਹਿਬ ਹੈ। ਉਹ ਕੀ ਕਹਿੰਦੇ ਨੇ? ਉਹ ਕਹਿੰਦੇ ਨੇ ਨਾ ਕੋ ਬੈਰੀ ਨਾਹੇ ਬਗਾਨਾ, ਸਗਲ ਸੰਗ ਹਮਕੋ ਬਣ ਆਈ। ਇਹ ਰਮਾਲਿਆਂ ਦੇ ਥੱਲੇ ਹੈ ਚੀਜ਼। ਉਹਦੀ ਜਿਹੜੀ ਮਹਾਰਾਜ ਜੀ ਕਹਿੰਦੇ ਉਹਦੀ ਢੂੰਡਣਾ ਕਰ, ਖੋਜਤ ਖੋਜਤ ਸੁਣੀਏ ਸੋਏ, ਸਾਧ ਸੰਗਤ ਬਿਨ ਤਰਿਆ ਨਾ ਕੋਈ। ਮਹਾਰਾਜ ਜੀ ਦਾ ਚਲੋ ਹੋ ਕੇ ਰਹਿ ਗਿਆ। ਖੈਰ ਮੇਰੀ ਇੱਛਾ ਵੀ ਚਲੋ ਮੈਂ ਛੇਤੀ ਥੋੜਾ ਜਿਹਾ ਇਤਿਹਾਸ ਲੈ ਚੱਲਣਾ ਅੱਗੇ। ਤੇ ਪਿਆਰ ਵਿੱਚ ਆ ਕੇ ਮਾਧੋ ਦਾਸ ਵੈਰਾਗੀ ਨੂੰ ਅੰਮ੍ਰਿਤ ਛਕਾ ਦਿੱਤਾ, ਉਹਦਾ ਜੀਵਨ ਬਦਲ ਗਿਆ। ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗਿਆ, ਚੱਕ 5 ਕਕਾਰ ਦੇ ਦਿੱਤੇ, 4 ਰਹਿਤਾਂ ਦੱਸ ਦਿੱਤੀਆਂ। ਤੇ ਮਹਾਰਾਜ ਜੀ ਨੇ ਪੁੱਛਿਆ ਤੇਰਾ ਨਾਂ ਕੀ ਹੈ? ਕਹਿੰਦਾ ਜੀ ਮਾਧੋ ਦਾਸ। ਤੇ ਪਹਿਲੇ ਦਿਨ ਆ ਕੇ ਕਿਹਾ ਕੀ ਸੀ? ਮਹਾਰਾਜ ਜੀ ਮੈਂ ਤੁਹਾਡਾ ਬੰਦਾ ਹੈ, ਜਦ ਤੂੰ ਮੇਰੇ ਬਲ ਹੈ ਤਾਂ ਕਿਆ ਮੋਛੰਦਾ, ਤੁਧ ਸਭ ਕੁਝ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ। ਕਹਿੰਦੇ ਬੰਦਾ ਬਣਨ ਵਾਸਤੇ ਹੈ? ਹਾਂ ਸੱਚੇ ਪਾਤਸ਼ਾਹ। ਤੇ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਫਿਰ ਆਪਣੇ ਵਾਲਾ ਬਾਣਾ, ਆਪਣਾ ਰੂਪ ਦੇ ਦਿੱਤਾ ਬਾਬੇ ਬੰਦੇ ਬਹਾਦਰ ਨੂੰ। ਤੇ ਫਿਰ ਕਿਹਾ, ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਬੜੇ ਪਿਆਰ ਦੇ ਨਾਲ ਛਾਤੀ ਨਾਲ ਲਾ ਲਿਆ ਘੁੱਟ ਕੇ। ਤੇ ਕਹਿੰਦੇ ਨੇ ਫਿਰ ਮਹਾਰਾਜ ਜੀ ਕਹਿੰਦੇ ਅੱਜ ਤੇਰਾ ਜੀਵਨ ਵੀ ਬਦਲ ਗਿਆ। ਤੇ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਅੰਮ੍ਰਿਤ ਛਕਾ ਕੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਕੀ ਬਣਾ ਦਿੱਤਾ? ਮਹਾਰਾਜ ਜੀ ਕੀ ਕਹਿੰਦੇ? ਉਹ ਬੰਦਾ ਸਿੰਘ ਬਹਾਦਰ ਬਣ ਗਿਆ ਮਾਧੋ ਦਾਸ ਬਿਰਾਗੀ ਤੋਂ। ਬੰਦਾ ਸਿੰਘ ਬਹਾਦਰ ਬਣ ਗਿਆ ਮਾਧੋ ਦਾਸ ਬਿਰਾਗੀ ਤੋਂ। ਬੰਦਾ ਸਿੰਘ ਬਹਾਦਰ ਬਣ ਗਿਆ ਮਾਧੋ ਦਾਸ ਬਿਰਾਗੀ ਤੋਂ। ਬੰਦਾ ਸਿੰਘ ਬਹਾਦਰ ਬਣ ਗਿਆ ਮਾਧੋ ਦਾਸ ਬਿਰਾਗੀ ਤੋਂ। ਬੰਦਾ ਸਿੰਘ ਬਹਾਦਰ ਬਣ ਗਿਆ ਮਾਧੋ ਦਾਸ ਬਿਰਾਗੀ ਤੋਂ। ਬੰਦਾ ਸਿੰਘ ਬਹਾਦਰ ਬਣ ਗਿਆ ਮਾਧੋ ਦਾਸ ਬਿਰਾਗੀ ਤੋਂ। ਫਿਰ ਮਹਾਰਾਜ ਜੀ ਨੇ ਕਿਹਾ ਚੱਲ ਪੰਜਾਬ ਦੀ ਧਰਤੀ ਨੂੰ ਫਿਰ 5 ਖਾਲਸੇ ਦਿੱਤੇ ਨਾਲ। ਖਾਲਸੇ ਵਿਖਾਵੇ ਵਾਲੇ ਨਹੀਂ, ਖਾਲਸੇ। ਖਾਲਸਾ ਖਾਲਸ ਕਹਾਵੈ ਸੋਈ ਜਾ ਕੇ ਹਿਰਦੈ, ਭਰਮ ਨਾ ਹੋਈ ਭਰਮ ਭੇਦ ਤੇ ਰਹਿ ਨਿਆਰਾ, ਸੋ ਖਾਲਸਾ ਸਤਿਗੁਰੂ ਹਮਾਰਾ। ਮਹਾਰਾਜ ਜੀ ਕਹਿੰਦੇ ਖਾਲਸਾ ਨਿਰੋਲ ਖਾਲਸ, ਜਿਹਦੇ ਵਿੱਚ ਕੋਈ ਵੀ ਭਰਮ ਭੇਦ ਨਹੀਂ ਹੈ। ਅੱਜ ਖਾਲਸਿਆਂ ਦੇ ਨਾਂ ਤੇ ਲੋਕ ਧੱਬਾ ਲਾ ਰਹੇ ਨੇ ਪਿਆਰਿਓ। ਉੱਪਰੋਂ ਜਿਹੜਾ ਉਹ ਖੱਲੜ ਰਹਿ ਗਿਆ, ਉੱਪਰਲਾ ਖੱਲੜ ਕੱਲਾ, ਵਿੱਚ ਰੂਹ ਜਿਹੜੀ ਆ ਉਹ ਕਿਸੇ ਦੀ ਹੋਰ ਹੈ। ਮਹਾਰਾਜ ਜੀ ਨੇ 5 ਖਾਲਸੇ ਦੇ ਦਿੱਤੇ ਤੇ 6ਵਾਂ ਬਾਬਾ ਬੰਦਾ ਸਿੰਘ ਬਹਾਦਰ 5 ਦਾ ਜਥੇਦਾਰ ਥਾਪ ਦਿੱਤਾ। ਤੇ ਆਪਣੇ ਸ਼ਸਤਰ ਦਿੱਤੇ, 5 ਤੀਰ ਦੇ ਦਿੱਤੇ, 5 ਨਗਾਰੇ ਵਾਲੇ ਦੇ ਦਿੱਤੇ ਤੇ 5 ਨਿਸ਼ਾਨ ਸਾਹਿਬ ਵਾਲੇ, ਅੱਗੇ ਅੱਗੇ ਚੱਲਣ ਵਾਲੇ, ਅਗਵਾਈ ਕਰਨ ਵਾਲੇ ਉਹ ਦੇ ਦਿੱਤੇ। ਤੇ ਫਿਰ ਇੱਕ ਪੱਤਰਕਾਰ ਲਿਖੀ ਮਹਾਰਾਜ ਜੀ ਨੇ ਬਾਬੇ ਬੰਦੇ ਸਿੰਘ ਬਹਾਦਰ ਨੂੰ ਫੜਾ ਦਿੱਤੀ। ਬਾਬਾ ਬੰਦਾ ਸਿੰਘ ਬਹਾਦਰ ਅੱਜ ਤੋਂ ਸਾਡਾ ਹੈ, ਇਹ ਅੱਜ ਤੋਂ ਸਾਡਾ ਹੈ, ਇਹਦਾ ਤੁਸੀਂ ਸਾਥ ਦੇਣਾ। ਤੇ ਫਿਰ ਸਾਰਾ ਕੁਝ ਲਿਖ ਕੇ ਦੇ ਦਿੱਤਾ। ਉਹ ਸੂਬਾ ਸਰਹੰਦ ਦੀ ਧਰਤੀ ਤੇ ਜਾਈ, ਉਹਨੇ ਸਾਡੇ 2 ਛੋਟੇ ਛੋਟੇ ਸਾਹਿਬਜ਼ਾਦੇ ਕੰਧਾਂ ਵਿੱਚ ਚਿਣ ਕੇ ਸ਼ਹੀਦ ਕਰ ਦਿੱਤੇ। ਜਲਾਦ ਸੀ ਸਮਾਣੇ ਦੇ, ਉਹਨਾਂ ਨੇ ਸ਼ਹੀਦ ਕਰ ਦਿੱਤਾ ਸਾਹਿਬਜ਼ਾਦਿਆਂ ਨੂੰ। ਸਭ ਕੁਝ ਕਹਿ ਕੇ ਸਮਝਾ ਕੇ ਇੱਕ ਗੱਲ ਕਹਿ ਦਿੱਤੀ ਮਹਾਰਾਜ ਜੀ ਨੇ, ਸੰਢੌਰੇ ਜਾਈ ਸੰਢੌਰੇ। ਉਥੋਂ ਦਾ ਸਾਡਾ ਇੱਕ ਮਿੱਤਰ ਹੈ, ਪਰਮ ਮਿੱਤਰ, ਜਿਹਦਾ ਨਾਮ ਹੈ ਪੀਰ ਬੁੱਧੂ ਸ਼ਾਹ। ਉਹ ਪੀਰ ਬੁੱਧੂ ਸ਼ਾਹ ਨੇ ਮੇਰੇ ਵਾਸਤੇ ਆਪਣਾ 700 ਮਰੀਦ ਤੇ 4 ਪੁੱਤਰ ਸ਼ਹੀਦ ਕਰਵਾ ਦਿੱਤੇ। ਸੰਢੌਰੇ ਦੀ ਧਰਤੀ ਤੇ ਚਲਿਆ ਜਾਈ, ਉਹ ਸੰਢੌਰੇ ਨਗਰ ਨੂੰ, ਉਥੋਂ ਦੀ ਕੰਧ ਨੂੰ ਝਰੀਟ ਤੱਕ ਵੀ ਨਹੀਂ ਆਉਣੀ ਚਾਹੀਦੀ। ਨੁਕਸਾਨ ਦੀ ਗੱਲ ਤਾਂ ਇੱਕ ਪਾਸੇ ਰਹੀ, ਉੱਥੇ ਤੱਕ ਕਿਉਂਕਿ ਮੇਰਾ ਪਰਮ ਮਿੱਤਰ ਹੈ ਉਹ। ਹੋਰ ਕੋਈ ਵੀ ਧਾਰਮਿਕ ਸਥਾਨ ਮਿਲਦਾ ਹੈ ਉਹਨੂੰ ਝਰੀਟ ਨਹੀਂ ਆਉਣੀ ਚਾਹੀਦੀ, ਪਰ ਜਿਹੜਾ ਮੁਗਲ ਤੁਹਾਨੂੰ ਟੱਕਰ ਗਿਆ ਉਹਦਾ ਸੋਧਾ ਲਾ ਦੇਣਾ। ਫਿਰ ਬਾਬਾ ਬੰਦਾ ਸਿੰਘ ਮਾਰੋ ਮਾਰ ਕਰਦਾ ਪੰਜਾਬ ਦੀ ਧਰਤੀ ਉੱਤੇ ਆਇਆ
ਪਾਣੀਪਤ ਕਰਨਾਲ ਦੀ ਲੜਾਈ ਹੋਈ। ਫਿਰ ਧੰਨ ਬਾਬਾ ਬੰਦਾ ਸਿੰਘ ਬਹਾਦਰ ਨੇ ਆ ਕੇ ਸਮਾਣਾ ਜਿਹੜਾ ਉੱਥੇ ਕਰਿਆ। ਫਿਰ ਬਾਬੇ ਬਾਜ ਸਿੰਘ ਨੂੰ ਚਿੱਠੀ ਦੇ ਕੇ ਭੇਜਿਆ, ਜਾਓ ਸਰਹੰਦ ਦੀ ਧਰਤੀ ਤੇ ਸੂਬਾ ਸਰਹੰਦ ਨੂੰ ਜਾ ਕੇ ਕਹਿ ਦੋ ਵੀ ਲੋਹੇ ਦਾ ਸੁਹਾਗਾ ਬਣ ਕੇ ਆ ਗਿਆ ਬੰਦਾ, ਉਹ ਤੂੰ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਸਭ ਜਾਦਿਆਂ ਨੂੰ ਸ਼ਹੀਦ ਕਰਿਆ। ਉਸ ਵਕਤ ਤੈਨੂੰ ਬਹੁਤਾ ਮਾਣ ਸੀ ਤੇ ਅੱਜ ਤੇਰੇ ਪਾਪਾਂ ਦਾ ਘੜਾ ਭਰ ਗਿਆ, ਅੱਜ ਤੂੰ ਕਾਇਮ ਹੋ ਜਾ। ਤੇ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਸਾਹਿਬਜ਼ਾਦੇ ਬਾਬੇ ਬੰਦੇ ਬਹਾਦਰ ਨੇ ਚਿੱਠੀ ਲਿਖ ਕੇ ਬਾਬੇ ਮਨੋਜ ਸਿੰਘ ਨੂੰ ਭੇਜੀ, ਜਾ ਕੇ ਤੂੰ ਕਹਿ ਦੀ ਲਿਆ ਜਿੰਨੀ ਤੇਰੀ ਫੌਜ ਹੈ ਸਾਰੀ ਚੱਕ ਲਿਆ ਆਪਣੀ ਫੌਜ ਨੂੰ, ਜਿੰਨੇ ਤੇਰੇ ਹਥਿਆਰ ਨੇ ਸਾਰੇ ਲਿਆ, ਪਰ ਮੇਰੇ ਕੋਲ ਤਾਂ ਖਾਲਸੇ ਵੀ ਥੋੜੇ ਹੀ ਨੇ, ਪਰ ਮੇਰੇ ਪਿੱਠ ਉੱਤੇ ਥਾਪੜਾ ਕਲਗੀਧਰ ਪਾਤਸ਼ਾਹ ਮਹਾਰਾਜ ਦਾ। ਧੰਨ ਬਾਬਾ ਬੰਦਾ ਸਿੰਘ ਬਹਾਦਰ ਨੇ ਕਿਹਾ, ਉਹ ਤੈਨੂੰ ਤਾਂ ਰਾਜ ਤੇ ਹਕੂਮਤਾਂ ਦਾ ਰਾਖਾ ਆਪ ਵਾਹਿਗੁਰੂ, ਤੈਨੂੰ ਰਾਜ ਤੇ ਹਕੂਮਤਾਂ ਦਾ ਮਾਣ ਹੈ, ਰਾਖਾ ਆਪ ਵਾਹਿਗੁਰੂ, ਮੈਨੂੰ ਰਾਜ ਦੇ ਹਕੂਮਤਾਂ ਦਾ ਮਾਣ ਹੈ, ਮੇਰਾ ਰਾਖਾ ਆਪ ਵਾਹਿਗੁਰੂ, ਤੈਨੂੰ ਰਾਜ ਦੇ ਹਕੂਮਤਾਂ ਦਾ ਮਾਣ ਹੈ, ਮੇਰਾ ਰਾਖਾ ਆਪ ਵਾਹਿਗੁਰੂ। ਇਹ ਚੱਪੜ ਚਿੜੀ ਦੇ ਮੈਦਾਨ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਲੈ ਕੇ ਆਪਣੀ ਫੌਜ ਨੂੰ ਚਲੇ ਗਿਆ, ਮੈਂ ਤੇਰੇ ਘਰ ਨਹੀਂ ਆਉਂਦਾ, ਉੱਥੇ ਮੈਂ ਤੈਨੂੰ ਉਡੀਕਦਾ। ਸੂਬਾ ਸਰਹੰਦ ਆਪਣੀ ਫੌਜ ਲੈ ਕੇ ਉੱਥੇ ਪਹੁੰਚਿਆ, ਜੰਗ ਹੋਇਆ। ਫਿਰ ਕਹਿੰਦੇ ਪਾਪੀਆਂ ਕੇ ਮਾਰਨੇ ਕੋ ਪਾਪ ਮਹਾਬਲੀ ਹੈ। ਜੰਗ ਕਰਦਿਆਂ ਕਰਦਿਆਂ ਬਾਬਾ ਬੰਦਾ ਸਿੰਘ ਬਹਾਦਰ ਨੇ ਜੋਸ਼ ਵਿੱਚ ਜੰਗ ਕਰਦਾ, ਉਹ ਛੋਟੇ ਛੋਟੇ 7 ਸਾਲ ਤੇ 9 ਸਾਲ ਦੇ ਸਭ ਜਾਦੇ ਤਾਂ ਕੰਧਾਂ ਵਿੱਚ ਸ਼ਹੀਦ ਕਰ ਦਿੱਤੇ। ਪਾਪੀਆ, ਤੈਨੂੰ 80 ਸਾਲ ਦੀ ਬਜ਼ੁਰਗ ਮਾਤਾ ਤੇ ਤਰਸਨ ਆਇਆ, ਤੈਨੂੰ ਉਹਨਾਂ 7 ਸਾਲ ਤੇ 9 ਸਾਲ ਦੇ ਸਭ ਜਾਦਿਆਂ ਤੇ ਤਰਸਨ ਆਇਆ। ਇਹ ਮਨ ਵਿੱਚ ਬੜਾ ਰੋਹ ਹੈ। ਧੰਨ ਬਾਬਾ ਬੰਦਾ ਸਿੰਘ ਬਹਾਦਰ ਦਾ ਤੇ ਉਹ ਵਜ਼ੀਰ ਖਾਨ ਦਾ ਸਾਹਮਣੋ ਸਾਹਮਣੀ ਜੰਗ ਹੋਇਆ। ਹਾਥੀ ਤੇ ਬੈਠਾ ਆ ਰਿਹਾ ਸੀ, ਬਾਬਾ ਜੀ ਨੇ ਇਹੋ ਜਿਹਾ ਬਾਹਰ ਕਰਿਆ, ਹਾਥੀ ਤੋਂ ਡਿੱਗ ਪਿਆ, ਭੱਜਣ ਲੱਗਿਆ। ਪਾਰਕ ਤੇ ਸਿੱਖ ਕਹਿਣ ਲੱਗੇ, ਹੁਣ ਤੈਨੂੰ ਅਸੀਂ ਜਾਣ ਨਹੀਂ ਦੇਣਾ। ਬਾਬੇ ਬੰਦੇ ਬਹਾਦਰ ਨੇ ਕਿਹਾ, ਫੜ ਲਓ ਇਸ ਪਾਪੀ ਨੂੰ। ਹੁਣ ਫੜ ਕੇ ਉਹਦੀਆਂ ਲੱਤਾਂ ਵਿੱਚ ਰੱਸਾ ਪਾਇਆ ਗਿਆ, ਬਲਦਾਂ ਮਗਰ ਪਾ ਕੇ ਫਿਰ ਉਸੇ ਸਰਹੰਦ ਦੀ ਧਰਤੀ ਦੇ ਵਿੱਚ, ਸਾਰੀ ਧਰਤੀ ਦੇ ਵਿੱਚ ਘੜੀਸ ਘੜੀਸ ਕੇ ਉਹਦੇ ਹੱਡ ਚੂਰ ਚੂਰ ਕਰ ਦਿੱਤੇ। ਬਖਤੇ ਖੀਰ ਉਸ ਪਾਪੀ ਦੀ ਮੌਤ ਹੋ ਗਈ, ਮਰ ਗਿਆ, ਕਿਉਂਕਿ ਉਹਨੇ ਪਾਪ ਅਤਿਆਚਾਰ ਕਰੇ। ਉੱਥੋਂ ਦੀ ਜਥੇਦਾਰੀ ਫਿਰ ਬਾਬਾ ਬਨੋਦ ਸਿੰਘ ਨੂੰ ਦੇ ਕੇ ਅੱਗੇ ਸਾਰਾ ਕਾਰਜ ਹੋ ਗਿਆ। ਫਿਰ ਬਾਬਾ ਬੰਦਾ ਸਿੰਘ ਬਹਾਦਰ ਨੂੰ ਗੁਰਦਾਸ ਨੰਗਲ ਦੀ ਗੜੀ ਦੇ ਵਿੱਚ ਜਿਹੜਾ ਨਾ ਉਹ ਅੰਦਰ ਬੰਦ ਕਰ ਦਿੱਤਾ। ਫੌਜ ਦਾ ਘੇਰਾ ਪੈ ਗਿਆ, ਬਾਬਾ ਬੰਦਾ ਸਿੰਘ ਬਹਾਦਰ ਅੰਦਰ ਹੈ। ਜਿਹੜੀ ਜਿਹੜੀ ਡਿਊਟੀ ਲਾਈ ਸੀ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਉਸ ਜਾਰੀ ਪੂਰੀ ਹੋ ਗਈ। ਤੇ ਧੰਨ ਬਾਬਾ ਬੰਦਾ ਸਿੰਘ ਬਹਾਦਰ ਫਿਰ ਉਸ ਗੁਰਦਾਸ ਨੰਗਲ ਦੀ ਗੜੀ ਦੇ ਵਿੱਚ ਹੈ। ਘਰੋਂ ਹੈ ਮਾਤਾ, 2 ਪੁੱਤਰ ਨੇ, ਭਾਈ ਰਣਜੀਤ ਸਿੰਘ ਤੇ ਭਾਈ ਅਜੈ ਸਿੰਘ ਜੀ, ਤੇ ਕੁਝ ਗਿਣਤੀ ਦੇ ਸਿੰਘ ਨੇ। ਘੇਰਾਬੰਦੀ ਹੋ ਗਈ ਕਿਲੇ ਨੂੰ ਤੇ ਰਾਸ਼ਨ ਪਾਣੀ ਸਾਰਾ ਬੰਦ ਹੋ ਗਿਆ ਤੇ ਸਿੱਖ ਉਸ ਭੁੱਖ ਨਾਲ ਫਾਕੇ ਕੱਟਦੇ ਨੇ। ਇਹ ਸਿੱਖ ਦਾ ਜੀਵਨ। ਮੈਂ ਬੜੇ ਵਾਰੀ ਰੋਜ਼ ਤਕਰੀਬਨ ਰੋਜ਼ਾਨਾ ਅਰਜ਼ ਕਰਦਾ, ਸਿੱਖ ਨੂੰ ਬੋਲਣ ਦੀ ਲੋੜ ਹੀ ਨਾ ਪਵੇ। ਇਸ ਤਰ੍ਹਾਂ ਐ ਨਾ ਸਿੱਖ ਨੂੰ ਕਹਿਣ ਦੀ ਲੋੜ ਨਾ ਪਵੇ, ਤੁਸੀਂ ਗੁਰੂ ਘਰ ਆਓ, ਤੁਸੀਂ ਅੰਮ੍ਰਿਤ ਛਕੋ, ਤੁਸੀਂ ਕੇਸ ਰੱਖ ਲਓ, ਇੰਨਾ ਕਹਿਣ ਦੀ ਲੋੜ ਨਾ ਪਵੇ। ਉਹਦੇ ਜੀਵਨ ਨੂੰ ਵੇਖ ਕੇ ਹੀ ਕਹਿਣ, ਉਹਨੂੰ ਵੇਖ ਕੇ ਹੀ ਇਹ ਕਹਿਣ ਵੀ ਆਹ ਦੇਖੋ ਕਿੰਨਾ ਸੋਹਣਾ ਲੱਗਦਾ, ਆਪਾਂ ਵੀ ਇਹੋ ਜਿਹੇ ਬਣੀਏ। ਕਿਉਂ ਨਹੀਂ ਕਹਿੰਦੇ? ਕਿਉਂਕਿ ਅੱਜ ਸਾਡੇ ਵਿੱਚ ਘਾਟ ਆ ਚੁੱਕੀ ਹੈ। ਬੋਲੋ ਸਤਿਨਾਮ। ਅੱਜ ਸਾਡੇ ਵਿੱਚ ਘਾਟ ਹੈ, ਤਾਂ ਨਹੀਂ ਅਗਲਾ ਕਹਿੰਦਾ। ਸਾਥੋਂ ਨਫ਼ਰਤ ਕਰਨ ਲੱਗ ਪਏ ਲੋਕ, ਕਿਉਂਕਿ ਸਾਡੇ ਮਨ ਵਿੱਚ ਗੁਰੂ ਪ੍ਰਤੀ ਜਿਹੜਾ ਉਹ ਪ੍ਰੇਮ ਨਹੀਂ ਹੈ। ਜਿਸ ਗੁਰੂ ਦਾ ਦਿੱਤਾ ਖਾਂਦੇ ਆ, ਉਨਾ ਅਸੀਂ ਪ੍ਰੇਮ ਗੁਰੂ ਦੇ ਨਾਲ ਨਹੀਂ ਕਰਦੇ। ਹਾਂ, ਗੁਰੂ ਨੂੰ ਇੱਕ ਆਮ ਅਸੀਂ ਕੀ ਸਮਝ ਲਿਆ? ਲੋਗਨ ਰਾਮ ਖਲੌਣਾ ਜਾਣੈ। ਤੇ ਪ੍ਰਾਤਨ ਸਿੱਖ ਗੁਰੂ ਨੂੰ ਪੁੱਛ ਕੇ ਜਿਹੜੀ ਵੀ ਗੱਲ ਕਰਦੇ, ਅੱਜ ਉਸ
ਕਿਲੇ ਨੂੰ ਘੇਰਾ ਪੈ ਗਿਆ। 8 ਮਹੀਨੇ ਲਗਾਤਾਰ ਘੇਰਾ ਬੰਦੀ ਹੁੰਦੀ ਰਹੀ, ਰਾਸ਼ਨ ਪਾਣੀ ਬੰਦ ਹੋ ਗਿਆ। ਸਿੱਖ ਫਾਕੇ ਕੱਢਦੇ ਨੇ ਪਰ ਫਿਰ ਵੀ ਬੋਲੇ ਸੋ ਨਿਹਾਲ ਦੇ ਜਕਾਰੇ ਲਾਈ ਜਾਂਦੇ ਨੇ। ਬਾਬੇ ਬੰਦਾ ਸਿੰਘ ਬਹਾਦਰ ਨੂੰ ਕਹਿ ਰਹੇ ਨੇ ਤੂੰ ਪਰਵਾਹ ਨਾ ਕਰਿਓ, ਕਲਗੀਧਰ ਪਾਤਸ਼ਾਹ ਮਹਾਰਾਜ ਨੇ ਥਾਪ ਕੇ ਤੈਨੂੰ ਭੇਜਿਆ। ਬਾਬਾ ਬੰਦਾ ਸਿੰਘ ਅਸੀਂ ਤੇਰੇ ਨਾਲੋਂ ਪਹਿਲਾਂ ਸ਼ਹੀਦੀ ਪ੍ਰਾਪਤ ਕਰਾਂਗੇ। ਇਹ ਕੌਮ ਹੀ ਐਸੀ ਹੈ। ਪਰ ਅੱਜ ਥੋੜਾ ਜਿਹਾ ਇਹ ਕੌਮ ਦਾ ਫਰਕ ਪੈ ਗਿਆ। ਕੌਮ ਬਣਾਈ ਤਾਂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਸੀ। ਇਹ ਕੌਮ ਹੈ ਬੱਬਰਾਂ ਸ਼ੇਰਾਂ ਦੀ, ਕੌਮ ਹੈ ਬੱਬਰਾਂ ਸ਼ੇਰਾਂ ਦੀ, ਇਹ 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 ਕੌਮ ਹੈ ਬੱਬਰਾਂ ਸ਼ੇਰਾਂ ਦੀ। ਅੱਜ ਰਲ ਕੀ ਭੇਟਾਂ ਦੇ ਵਿੱਚ ਢਾਕੇ ਕੌਮ ਹੈ ਬੱਬਰਾਂ ਸ਼ੇਰਾਂ ਦੀ, ਕੌਮ ਹੈ ਬੱਬਰਾਂ ਸ਼ੇਰਾਂ ਦੀ। ਭੇਡਾਂ ਦੇ ਵਿੱਚ ਢਾਕੇ ਕੌਮ ਹੈ ਬੱਬਰਾਂ ਸ਼ੇਰਾਂ ਦੀ, ਉਹ ਕੌਮ ਹੈ ਬੱਬਰਾਂ ਸ਼ੇਰਾਂ ਦੀ। ਭੇਡਾਂ ਦੇ ਵਿੱਚ ਢਾਕੇ ਕੌਮ ਹੈ ਬੱਬਰਾਂ ਸ਼ੇਰਾਂ ਦੀ, ਉਹ ਕੌਮ ਹੈ ਬੱਬਰਾਂ ਸ਼ੇਰਾਂ ਦੀ। 8 ਮਹੀਨੇ ਲਗਾਤਾਰ ਘੇਰਾ ਪਿਆ ਰਿਹਾ। ਵਕਤੇ ਅਖੀਰ ਜਦੋਂ ਨਾ ਜਿੱਤ ਸਕੀ ਫੌਜ, ਫਿਰ ਧੰਨ ਬਾਬਾ ਬੰਦਾ ਸਿੰਘ ਬਹਾਦਰ ਨੂੰ ਜਿਉਂਦਿਆਂ ਨੂੰ ਗੁਰਦਾਸ ਨੰਗਲ ਦੀ ਗੜੀ ਦੇ ਵਿੱਚੋਂ ਗ੍ਰਿਫਤਾਰ ਕੀਤਾ ਗਿਆ ਤੇ 760 ਸਿੱਖ ਜਿਉਂਦੇ ਗ੍ਰਿਫਤਾਰ ਕੀਤੇ ਗਏ। 760 ਸਿੱਖ ਜਿਉਂਦੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਮੁਸ਼ਕਾਂ ਬੰਨ੍ਹ ਦੀਆਂ ਪਿੱਛੇ, ਤੇ 700 ਸਿੱਖਾਂ ਦੇ ਸਿਰ ਧੜ ਦੇ ਨਾਲੋਂ ਵੱਖਰੇ ਕਰੇ ਹੋਏ ਉਹ ਗੱਡਿਆਂ ਵਿੱਚ ਪਾ ਲਏ। ਸਾਰਾ ਕੁਝ ਜਦੋਂ ਗੱਡਿਆਂ ਵਿੱਚ ਪਾ ਕੇ ਜਲੂਸ ਦੀ ਸ਼ਕਲ ਦੇ ਵਿੱਚ ਅੱਜ ਦਿੱਲੀ ਨੂੰ ਲਿਜਾਣ ਲੱਗੇ। ਦਿੱਲੀ ਨੂੰ ਅੱਗੇ ਕਹਿੰਦੇ ਜਦੋਂ ਉਹ ਜਲੂਸ ਦੀ ਸ਼ਕਲ ਵਿੱਚ ਲਿਜਾਣ ਲੱਗੇ ਨਾ, ਅੱਗੇ ਇੱਕ ਕੁੱਤੇ ਦਾ ਤੇ ਇੱਕ ਬਿੱਲੀ ਦਾ ਸਿਰ ਉਹ ਮੁਗਲਾਂ ਨੇ ਬਰਛੇ ਉੱਤੇ ਟੰਗ ਲਿਆ। ਸਿਰ ਵੱਢ ਕੇ ਇੱਕ ਕੁੱਤੇ ਦਾ ਇੱਕ ਬਿੱਲੀ ਦਾ। ਪੁੱਛਣ ਵਾਲੇ ਪੁੱਛਦੇ ਨੇ ਆ ਕੁੱਤੇ ਤੇ ਬਿੱਲੀ ਦਾ ਕੀ ਭਾਵ ਹੈ? ਕਹਿੰਦੇ ਪੰਜਾਬ ਦੀ ਧਰਤੀ ਵਿੱਚ ਸਿੱਖਾਂ ਦੀ ਗੱਲ ਤਾਂ ਕੀ ਹੈ, ਅਸੀਂ ਪੰਜਾਬ ਵਿੱਚ ਕੁੱਤੇ ਬਿੱਲੇ ਵੀ ਨਹੀਂ ਛੱਡੇ। ਅੱਜ ਇਹਨਾਂ ਕੌਮ ਨੂੰ, ਜਿਹੜੀ ਇਹ ਕੌਮ ਤਲਵਾਰਾਂ ਦੀ ਛਾਂ ਥੱਲੇ ਪੈਣ ਵਾਲੀ ਸੀ, ਅੱਜ ਇਹਨਾਂ ਨੂੰ ਅਸੀਂ ਬੰਨ ਕੇ ਸਾਰਿਆਂ ਨੂੰ ਸਿੱਖੀ ਖਤਮ ਕਰ ਦਿਆਂਗੇ। ਸਿੱਖੀ ਦਾ ਬੂਟਾ ਜਮਾ ਮਲੀਆ ਮੇਟ ਕਰ ਦਿਆਂਗੇ। ਤੇ ਦਿੱਲੀ ਨੂੰ ਲਈ ਜਾਂਦੇ ਨੇ। ਜਿਹੜਾ ਵੀ ਕੋਈ ਰਸਤੇ ਦੇ ਵਿੱਚ ਮਿਲਦਾ ਹੈ, ਉਸ ਫਰਖਸ਼ੀਅਰ ਬਾਦਸ਼ਾਹ ਦਾ ਹੁਕਮ ਸੀ, ਜਿਹੜਾ ਵੀ ਕੋਈ ਤੁਹਾਨੂੰ ਲੱਗਦਾ ਸ਼ੱਕ ਵੀ ਇਹ ਸਿੱਖ ਹੈ ਤਾਂ ਉਹਨੂੰ ਫੜ ਕੇ ਬੰਨ ਲਓ। ਜੇ ਨਹੀਂ ਤੁਰਦਾ ਤਾਂ ਉਹਦਾ ਸਿਰ ਕਲਮ ਕਰਕੇ ਉਹ ਗੱਡੇ ਭਰ ਲਓ ਸਿਰਾਂ ਦੇ। ਅਸੀਂ ਉਸ ਕੌਮ ਦੇ ਵਾਰਸ ਹਾਂ। ਅੱਜ ਤਾਂ ਹੀ ਤਾਂ ਸੜਕਾਂ ਤੇ ਬੈਠੀ ਹੈ ਨਾ। ਮੁੜੇ ਪਿੱਛੇ ਨਹੀਂ ਨਾ ਮੁੜੇ। ਅੱਜ ਸੜਕਾਂ ਤੇ ਬੈਠ ਕੇ ਆਪਣਾ ਹੱਕ ਮੰਗ ਰਹੇ ਹੈ। ਮਹਾਰਾਜ ਜੀ ਕਹਿੰਦੇ ਓਏ ਸਿੱਖਾ, ਅੱਜ ਹੱਕ ਮੰਗਿਆ ਤੋਂ ਨਹੀਂ ਕੋਈ ਦਿੰਦਾ, ਅੱਜ ਲੈਣਾ ਪੈਂਦਾ ਹੱਕ। ਇਹ ਗੱਲਾਂ ਬਾਬੇ ਜਰਨੈਲ ਸਿੰਘ ਨੇ 17 ਮਤਿਆਂ ਵਿੱਚ ਸਾਰੀਆਂ ਕਹਿਤੀਆਂ ਸੀ ਪਹਿਲਾਂ, ਪਰ ਲੋਕਾਂ ਨੇ ਸਾਡੇ ਨੂੰ ਉਦੋਂ ਗੌਰ ਨਹੀਂ ਕਰੀ। ਉਦੋਂ ਹੀ ਕਹੀ ਗਏ ਇਹ ਖਾੜਕੂ ਨੇ ਜੀ, ਇਹ ਐ ਹੈ ਜੀ। ਉਹਨਾਂ ਨੇ ਸਾਡੇ ਹੱਕਾਂ ਦੀ ਗੱਲ ਸਨ 84 ਤੋਂ ਪਹਿਲਾਂ ਕਰ ਦਿੱਤੀ ਸੀ। 18 ਮਤਿਆਂ 'ਚ ਪੜ੍ਹ ਕੇ ਵੇਖੋ ਅੱਜ ਬਾਬਾ ਜਰਨੈਲ ਸਿੰਘ ਦੀ ਜਿਹੜੀ ਅੱਜ ਜ਼ਿਮੀਂਦਾਰ ਮੰਗ ਰਹੇ ਨੇ, ਇਹ ਗੱਲ ਬਾਬਾ ਜੀ ਨੇ ਪਹਿਲਾਂ ਕਹਿਤੀ। ਓਏ ਆਉਣ ਵਾਲੇ ਸਮੇਂ ਵਿੱਚ ਤੁਹਾਡੇ ਨਾਲ ਕੁਝ ਹੋਊਗਾ, ਤਕੜੇ ਹੋ ਜਾਓ ਤੁਸੀਂ। ਪਰ ਅਸੀਂ ਸਮਝੇ ਨਹੀਂ ਉਦੋਂ। ਜਦੋਂ ਆ ਕੇ ਸਾਡੇ ਉੱਤੇ ਐ ਪੂਰਾ ਜਾਲ ਵਿਛਾ ਲਿਆ ਉਹਨਾਂ ਨੇ, ਤੇ ਫਿਰ ਹੁਣ ਜਾਗ ਆਈ ਹੈ ਸਾਡੀ ਕੌਮ ਨੂੰ। ਚਲੋ ਇਹ ਵੀ ਸ਼ੁਕਰ ਹੈ ਵੀ ਹੁਣ ਵੀ ਜਾਗ ਆ ਗਈ। ਪਰ ਜਦੋਂ ਏਕਾ ਹੋ ਗਿਆ ਨਾ ਸਾਰਿਆਂ ਦਾ, ਤੇ ਫਿਰ ਕੁਝ ਨਾ ਕੁਝ ਜ਼ਰੂਰ। ਸਰਕਾਰਾਂ ਦੀ ਕੀ ਤਾਕਤ ਹੈ ਵੀ ਨਾ ਝੁਕੇ ਇਹ ਪੰਜਾਬ ਦੇ ਅੱਗੇ। ਜਿੱਥੇ ਏਕਾ ਇੱਕ ਹੋ ਕੇ ਖੜ ਗਏ ਨਾ ਸਾਰੇ, ਉੱਥੇ ਫਿਰ ਕਿਸੇ ਦੀ ਤਾਕਤ ਨਹੀਂ ਹੈ ਵੀ ਕੋਈ ਨਾ ਝੁਕੇ। ਇਸ ਕਰਕੇ ਅੱਜ ਏਕਾ, ਅੱਜ ਸਾਡੇ ਪੰਜਾਬ ਦੇ ਕਿਸਾਨ ਵੀਰ, ਮਜ਼ਦੂਰ ਯੂਨੀਅਨ ਜਿਤਨੇ ਵੀ, ਉਹ ਸਾਰੇ ਅੱਜ ਥਾਂ ਥਾਂ ਤੇ ਸੜਕਾਂ ਦੇ ਉੱਤੇ ਬੈਠੇ ਨੇ। ਉਹਨਾਂ ਵਿੱਚ ਏਕਾ ਹੈ। ਇਸ ਏਕੇ ਦੀ ਗੱਲ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਕਰੀ ਸੀ। ਸਿੱਖੋ ਉਹ ਇੱਕ ਹੋ ਜੋ, ਤੁਹਾਡੀ ਵੱਖਰੀ ਪਛਾਣ ਹੋ ਜਾਵੇ। ਜਦੋਂ ਤੁਹਾਡੇ ਅੰਦਰ ਬਾਣੀ ਹੋਈ ਤੇ ਬਾਹਰ ਬਾਣਾ ਹੋਇਆ, ਤੇ ਦੁਨੀਆ ਦੇ ਲੋਕ ਤੁਹਾਨੂੰ ਖੜ ਖੜ ਕੇ ਵੇਖਣਗੇ। ਅੱਜ ਬਾਬਾ ਬੰਦਾ ਸਿੰਘ ਬਹਾਦਰ ਨੂੰ ਦਿੱਲੀ ਲਾਲ ਕਿਲੇ ਬੰਨੀ ਲਈ ਜਾਂਦੇ ਨੇ। ਰਸਤੇ ਦੇ ਵਿੱਚ ਇੱਕ ਨੌਜਵਾਨ ਬੱਚਾ
ਜਿਹਦੇ ਸ਼ਾਦੀ ਹੋਈ, ਵਿਆਹ ਹੋਏ ਨੇ, ਜੇ ਤਕਰੀਬਨ 2 ਮਹੀਨੇ ਹੋਏ ਸੀ, ਇੱਕੋ ਹੀ ਬੱਚਾ ਸੀ ਮਾਂ ਦੇ, ਸਿਰ ਦਾ ਸਾਈ ਨਹੀਂ ਸੀ, ਮਾਂ ਵਿਧਵਾ ਸੀ ਤੇ ਪੁੱਤਰ ਅਨਾਥ ਸੀ। ਜਦੋਂ ਉਹਦੇ ਅੰਦਰ ਖੂਨ ਨੇ ਵਾਲਾ ਖਾਦਾ ਹੋਇਆ, ਕਿਹਨੂੰ ਲੈ ਜਾਂਦਾ? ਕਹਿੰਦੇ ਸਿੱਖ ਕੌਮ ਨੂੰ। ਇਹਨਾਂ ਦਾ ਮੁਖੀਆ ਬਾਬਾ ਬੰਦਾ ਸਿੰਘ ਬਹਾਦਰ ਲਾਲ ਪੋਸ਼ਾਕ ਪਾ ਕੇ ਹਾਥੀ ਦੇ ਉਹਦੇ ਉੱਤੇ ਪਿੰਜਰੇ ਵਿੱਚ ਬੰਦ ਕਰਕੇ ਬਿਠਾਇਆ ਹੋਇਆ ਬਾਬਾ ਬੰਦਾ ਸਿੰਘ ਬਹਾਦਰ। ਅੱਗੇ ਅੱਗੇ ਬਾਬਾ ਬੰਦਾ ਸਿੰਘ ਬਹਾਦਰ ਹੈ, ਪਿੱਛੇ ਪਿੱਛੇ ਖਾਲਸੇ ਨੇ, ਜਿਹੜੇ ਪਿਆਰ ਵਿੱਚ ਆ ਕੇ ਪੜ੍ਹਦੇ ਜਾਂਦੇ ਨੇ। ਮੋਹ ਮਰਨੇ ਕਾ ਚਾਉ ਹੈ ਮਰੋ ਤਾਹਰ ਕੇ द्वार, ਮਾਤਾ ਹਰ ਪੁੱਛਿਆ ਕੌਣ ਹੈ? ਪਰਾ ਹਮਾਰੇ ਬਾਰ। ਤੇ ਧੰਨ ਬਾਬਾ ਬੰਦਾ ਸਿੰਘ ਬਹਾਦਰ ਦੇ ਪਿੱਛੇ ਪਿੱਛੇ ਉਹ ਪੜ੍ਹਦੇ ਆਉਂਦੇ ਨੇ। ਹੋ ਮਰਨੋਂ ਕਦੇ ਨਾ ਡਰਦੇ ਜਿਹੜੇ ਮੌਤ ਦੇ, ਮਰਨੋਂ ਕਦੇ ਨਾ ਡਰਦੇ ਜਿਹੜੇ ਮੌਤ ਦੇ دیਵਾਨੇ, ਮਰਨੋਂ ਕਦੇ ਨਾ ਡਰਦੇ ਜਿਹੜੇ ਮੌਤ ਦੇ دیਵਾਨੇ ਨੇ, ਮਰਨੋਂ ਕਦੇ ਨਾ ਡਰਦੇ ਜਿਹੜੇ ਮੌਤ ਦੇ دیਵਾਨੇ ਨੇ, ਮਰਨੋਂ ਕਦੇ ਨਾ ਡਰਦੇ ਜਿਹੜੇ ਮੌਤ ਦੇ دیਵਾਨੇ ਨੇ, ਮਰਨੋਂ ਕਦੇ ਨਾ ਡਰਦੇ ਜਿਹੜੇ ਮੌਤ ਦੇ دیਵਾਨੇ ਨੇ। ਦੇਖੇ ਆਸ਼ਿਕ ਸ਼ੂਲੀ ਚੜਦੇ 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 ਕਰਮ ਜਾਚਾ, ਮਰਨੋਂ ਪੂਰਾ ਡਰਦੇ। ਨੌਜਵਾਨ ਭੱਜ ਕੇ ਬੱਚਾ ਸਿੰਘਾਂ ਦੇ ਜਥੇ ਵਿੱਚ ਜਾ ਰਲਿਆ, ਉਹਨੂੰ ਵੀ ਫੜ ਕੇ ਨਾਲ ਹੀ ਬੰਨ ਕੇ ਲੈ ਗਏ। ਮਾਂ ਨੂੰ ਕਿਸੇ ਨੇ ਦੱਸਿਆ ਤੇਰਾ ਪੁੱਤਰ ਇਕਲੌਤਾ ਬੇਟਾ ਸਿੰਘਾਂ ਦੇ ਜਥੇ ਵਿੱਚ ਰਲ ਗਿਆ, ਉਹਨੂੰ ਫੌਜ ਫੜ ਕੇ ਲੈ ਗਈ। ਉਧਰ ਬਾਬਾ ਬੰਦਾ ਸਿੰਘ ਬਹਾਦਰ ਨੂੰ ਦਿੱਲੀ ਲਿਜਾਇਆ ਗਿਆ, ਲਾਲ ਕਿਲੇ ਵਿੱਚ ਬੰਦ ਕਰ ਦਿੱਤਾ। ਬਾਬਾ ਬੰਦਾ ਸਿੰਘ ਬਹਾਦਰ ਨੂੰ ਨਾਲ ਦੇ ਸਾਥੀਆਂ ਨੂੰ ਬੰਦ ਕਰ ਦਿੱਤਾ। ਤੇ ਇਧਰ ਮਾਈ ਪੰਜਾਬ ਦੀ ਧਰਤੀ ਚੋਂ ਉੱਥੇ ਚਲੀ ਗਈ ਦਿੱਲੀ, ਲਾਲ ਕਿਲੇ ਵਿੱਚ ਚਲੀ ਗਈ। ਤੇ ਜਾ ਕੇ ਅੱਗੇ ਫਰਖਸ਼ੀਅਰ ਬਾਦਸ਼ਾਹ ਬੈਠਾ ਹੈ, ਇੱਕ ਪਾਸੇ 700 ਸਿੱਖਾਂ ਦੇ ਸਿਰਾਂ ਦੇ ਗੱਡੇ ਭਰੇ ਖੜੇ ਨੇ, ਇੱਕ ਪਾਸੇ 760 ਸਿੱਖ ਜਿਉਂਦੇ ਬੰਨ ਕੇ ਖੜਾਏ, ਜਿਹਦੇ ਵਿੱਚੋਂ 100 ਸਿੱਖ ਨੂੰ ਰੋਜ਼ ਦੇ 100 ਨੂੰ ਸ਼ਹੀਦ ਕਰਦੇ ਨੇ। ਰੋਜ਼ ਦਾ 100 ਸਿੱਖ ਸ਼ਹੀਦ ਹੁੰਦਾ ਹੈ। ਪਹਿਲਾਂ ਉਹਨਾਂ ਨੂੰ ਪੁੱਛਿਆ ਜਾਂਦਾ ਤੁਸੀਂ ਇਸਲਾਮ ਕਬੂਲ ਕਰ ਲਓ, ਨਹੀਂ। ਤੁਸੀਂ ਸਿੱਖੀ ਛੱਡ ਦਿਓ, ਨਹੀਂ। ਕੋਈ ਕਰਾਮਾਤ ਵਿਖਾ ਦਿਓ, ਕਹਿੰਦੇ ਸਭ ਤੋਂ ਵੱਡੀ ਕਰਾਮਾਤ ਹੈ ਸਿੱਖ ਕੋਲੇ, ਸਭ ਤੋਂ ਵੱਡੀ ਕਰਾਮਾਤ ਹੈ। ਆ ਛੋਟੀਆਂ ਛੋਟੀਆਂ ਕਰਾਮਾਤਾਂ ਕੋਈ ਬਾਲੀ ਵੱਡੀ ਗੱਲ ਨਹੀਂ, ਇਹ ਤਾਂ ਛੇਤੀ ਆ ਜਾਂਦੀਆਂ ਨੇ, ਪਰ ਸਭ ਤੋਂ ਵੱਡੀ ਕਰਾਮਾਤ ਬੰਦ ਕਟਵਾ ਦੇਣਾ। ਇਦੋਂ ਵੱਡੀ ਕਰਾਮਾਤ ਹੋਰ ਕੀ ਹੋ ਸਕਦੀ ਹੈ? ਆਰੇ ਨਾਲ ਚੀਰ ਕੇ 2 ਫਾੜ ਕਰ ਦਿੱਤੇ ਸਰੀਰ ਦੇ, ਪਰ ਵਿੱਚੋਂ ਵਾਹਿਗੁਰੂ ਵਾਹਿਗੁਰੂ ਦੀਆਂ ਆਵਾਜ਼ਾਂ ਆ ਰਹੀਆਂ ਨੇ। ਇਦੋਂ ਵੱਡੀ ਕਰਾਮਾਤ ਹੋਰ ਕੀ ਹੋ ਸਕਦੀ ਹੈ? ਇੱਕ ਪਾਸੇ 10 ਲੱਖ ਦੀ ਫੌਜ, ਇੱਕ ਪਾਸੇ 40 ਸਿੱਖ ਢਿੱਡ ਤੋਂ ਭੁੱਖੇ ਜੰਗ ਕਰਦੇ ਨੇ, ਤੇ ਇਦੋਂ ਵੱਡੀ ਕਰਾਮਾਤ ਹੋਰ ਕੀ ਹੋ ਸਕਦੀ ਹੈ? ਤੇ ਧੰਨ ਬਾਬਾ ਬੰਦਾ ਸਿੰਘ ਦੇ ਬਹਾਦਰ ਦੇ ਸਾਹਮਣੇ 100 ਸਿੱਖਾਂ ਦਾ ਜਥਾ ਸ਼ਹੀਦ ਕਰ ਦਿੱਤਾ ਜਾਂਦਾ ਹੈ। ਫਿਰ ਬਾਬਾ ਬੰਦਾ ਸਿੰਘ ਨੂੰ ਬਹਾਦਰ ਨੂੰ ਪੁੱਛਦੇ ਨੇ, ਉਹ ਜਿਹੜੇ ਤੇਰੇ ਵੱਡੇ ਵੱਡੇ ਜਰਨੈਲ ਕਹਿੰਦੇ ਕਹਾਉਂਦੇ ਸੀ, ਕਿੱਥੇ ਨੇ ਅੱਜ? ਬਾਬਾ ਬੰਦਾ ਸਿੰਘ ਬਹਾਦਰ ਕਹਿੰਦਾ ਮੇਰੇ ਮਾਲਕ ਦੇ ਭਾਣੇ ਦੇ ਵਿੱਚ ਹੈ। ਉਹ ਕਲਗੀਆਂ ਵਾਲੇ ਦਾ ਪਰਿਵਾਰ 25-26 ਮੈਂਬਰ ਸ਼ਹੀਦ ਹੋ ਗਏ, ਤੇ ਜੇ ਮੇਰੇ ਨਾਲ ਦੇ ਸਾਥੀ ਸ਼ਹੀਦ ਹੋ ਗਏ ਫਿਰ ਕਿੱਡੀ ਕੀ ਗੱਲ ਹੈ? ਤੇ ਪੁੱਛਦੇ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ, ਹੋ ਕਿੱਥੇ ਤੇਰੇ ਨਾਲ ਦੇ ਜਿਹੜੇ ਜੋਧੇ ਜੰਗੀ, ਕਿੱਥੇ ਤੇਰੇ ਨਾਲ ਦੇ ਜਿਹੜੇ ਜੋਧੇ ਜੰਗੀ, ਕਿੱਥੇ ਤੇਰੇ ਨਾਲ ਦੇ ਜਿਹੜੇ ਜੋਧੇ ਜੰਗੀ, ਕਿੱਥੇ ਤੇਰੇ ਨਾਲ ਦੇ ਜਿਹੜੇ ਜੋਧੇ ਜੰਗੀ। ਉਹ ਤਾਂ ਭੇਟਾ ਹੋ ਗਏ ਤੇਗ ਦੀ ਕਰ ਛਾਤੀ ਠੰਡੀ, ਭੇਟਾ ਹੋ ਗਏ ਤੇਗ ਦੀ ਕਰ ਛਾਤੀ ਠੰਡੀ, ਉਹ ਤਾਂ ਭੇਟਾ ਹੋ ਗਏ ਤੇਗ ਦੀ ਕਰ ਛਾਤੀ ਠੰਡੀ, ਭੇਟਾ ਹੋ ਗਏ ਤੇਗ ਦੀ ਕਰ ਛਾਤੀ ਠੰਡੀ, ਭੇਟਾ ਹੋ ਗਏ ਤੇਗ ਦੀ ਕਰ ਛਾਤੀ ਠੰਡੀ। ਉਹ
ਰਾਤੀ ਠੰਡੀ। ਹੁਣ ਉਹ 100 ਸਿੱਖਾਂ ਦਾ ਜਥਾ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਦੇ ਸਾਹਮਣੇ ਵੱਖੋ ਵੱਖਰੀ ਸਜ਼ਾ ਦੇ ਕੇ ਸ਼ਹੀਦ ਕੀਤੇ ਜਾਂਦੇ ਨੇ। ਹੁਣ ਮਾਈ ਚਲੀ ਗਈ, ਅੱਗੇ ਦੇਖਿਆ ਘੇਰਾਬੰਦੀ ਕਰੀ ਹੈ, ਫੌਜ ਖੜੀ ਹੈ। ਜਦੋਂ ਮਾਂ ਲੰਘਣ ਲੱਗੀ ਨਾ, ਉਹਨਾਂ ਪਹਿਰੇਦਾਰਾਂ ਨੇ ਰੋਕ ਲਿਆ। ਖੜ ਜਾ ਮਾਤਾ, ਕਿੱਧਰ ਚੱਲੀ ਹੈ? ਕਹਿਣ ਲੱਗੀ, ਬੇਪੁੱਤਰੋ, ਮੇਰੇ ਬੱਚੇ ਨੂੰ, ਮੇਰਾ ਇੱਕ ਪੁੱਤਰ ਹੈ, ਉਹਦੇ ਵਿਆਹ ਹੋਏ ਨੂੰ ਕੇਵਲ 2 ਹੀ ਮਹੀਨੇ ਹੋਏ ਨੇ ਹਜੇ। ਮੇਰਾ ਪਤੀ ਹੈ ਨਹੀਂ, ਉਸ ਪੁੱਤਰ ਦਾ ਪਿਤਾ ਹੈ ਨਹੀਂ। ਮੇਰੀਆਂ ਅੱਖਾਂ ਦਾ ਤਾਰਾ ਇੱਕੋ ਇੱਕ ਪੁੱਤਰ ਹੈ, ਉਹ ਭੱਜ ਕੇ ਜਥੇ ਨਾਲ ਕਿਤੇ ਭੁਲੇਖੇ ਨਾਲ ਰਲ ਗਿਆ। ਤੁਹਾਡੀ ਫੌਜ ਜਿਹੜੀ ਇਹਨਾਂ ਨੂੰ ਭੁਲੇਖੇ ਨਾਲ ਫੜ ਲਈ, ਮੇਰਾ ਪੁੱਤਰ ਸਿੱਖ ਨਹੀਂ ਹੈ। ਕਹਿੰਦੇ ਸੱਚ ਗੱਲ? ਕਹਿੰਦੇ ਹਾਂ। ਕਾਗਜ਼ ਪੱਤਰ ਤਿਆਰ ਕਰ ਦਿੱਤੇ, ਪਰ ਤੇਰਾ ਪੁੱਤਰ ਇੱਕ ਵਾਰੀ ਆਪਣੇ ਮੂੰਹ ਤੋਂ ਕਹਿ ਦੇ ਵੀ ਮੈਂ ਕਲਗੀਧਰ ਪਾਤਸ਼ਾਹ ਮਰਦਾ ਸਿੱਖ ਨਹੀਂ, ਹੁਣੀ ਛੱਡ ਦਿਆਂਗੇ। ਕਹਿੰਦੀ ਲੈ ਕਿਹੜੀ ਗੱਡ ਲੈ, ਹੁਣੀ ਕਾ ਦੂੰ। ਜਦੋਂ ਕਾਗਜ਼ ਪੱਤਰ ਲੈ ਕੇ ਮਾਤਾ ਅੱਗੇ ਗਈ ਨਾ, ਅੱਗੇ ਫੇਰ ਪਹਿਰੇਦਾਰ ਖੜੇ ਨੇ। ਮਾਂ ਨੇ ਜਦੋਂ ਉਹ ਪਹਿਰੇਦਾਰ ਨਹੀਂ ਲੰਘਣ ਦਿੰਦੇ, ਮਾਂ ਉੱਚੀ ਦੇਣੇ ਰੋ ਕੇ ਕਹਿੰਦੀ, ਉਹ ਭਾਈ ਇੱਕ ਵਾਰੀ ਮੈਨੂੰ ਮੇਰੇ ਪੁੱਤਰ ਨੂੰ ਮਿਲ ਲੈਣ ਦਿਓ। ਮਾਂ ਨੇ ਦੋਨੋਂ ਹੱਥ ਪੱਟਾਂ ਉੱਤੇ ਮਾਰੇ, ਉੱਚੀ ਉੱਚੀ ਰੋਂਦੀ ਹੈ, ਨਾਲੇ ਕਹਿੰਦੀ ਕੀ ਹੈ, ਦੇਖੀ ਵੀਰਾ ਲੰਘ ਜਾਣ ਦੋ ਮੈਨੂੰ ਪਹਿਰੇਦਾਰ ਆਵੇ। ਦੇਖੀ ਵੀਰਾ ਲੰਘ ਜਾਣ ਦੋ ਮੈਨੂੰ ਪਹਿਰੇਦਾਰ ਆਵੇ। ਵੀਰਾ ਲੰਘ ਜਾਣ ਦੋ ਮੈਨੂੰ ਪਹਿਰੇਦਾਰ ਆਵੇ। ਦੇਖੀ ਵੀਰਾ ਲੰਘ ਜਾਣ ਦੋ ਮੈਨੂੰ ਪਹਿਰੇਦਾਰ ਆਵੇ। ਮੈਂ ਵਿਧਵਾ ਤੇ ਜੁਰਮ ਹੋ ਗਿਆ, ਕਹਿਰ ਹੋ ਗਿਆ ਭਾਰਾ ਵੇ। ਮੈਂ ਵਿਧਵਾ ਤੇ ਜੁਰਮ ਹੋ ਗਿਆ, ਕਹਿਰ ਹੋ ਗਿਆ ਭਾਰਾ ਵੇ। ਮੈਂ ਵਿਧਵਾ ਤੇ ਜੁਰਮ ਹੋ ਗਿਆ, ਕਹਿਰ ਹੋ ਗਿਆ ਭਾਰਾ ਵੇ। ਉਹ ਮੈਂ ਵਿਧਵਾ ਤੇ ਜੁਰਮ ਹੋ ਗਿਆ, ਕਹਿਰ ਹੋ ਗਿਆ ਭਾਰਾ ਵੇ। ਉਹ ਬੰਨ ਲਿਆਈ ਫੌਜ ਚੰਦਰੀ ਮੇਰਾ ਪੁੱਤਰ ਪਿਆਰਾ ਵੇ। ਬੰਨ ਲਿਆਈ ਫੌਜ ਚੰਦਰੀ ਮੇਰਾ ਪੁੱਤਰ ਪਿਆਰਾ ਵੇ। ਬੰਨ ਲਿਆਈ ਫੌਜ ਚੰਦਰੀ ਮੇਰਾ ਪੁੱਤਰ ਪਿਆਰਾ ਵੇ। ਉਹ ਬੰਨ ਲਿਆਈ ਫੌਜ ਚੰਦਰੀ ਮੇਰਾ ਪੁੱਤਰ ਪਿਆਰਾ ਵੇ। ਬੰਨ ਲਿਆਈ ਫੌਜ ਚੰਦਰੀ ਮੇਰਾ ਪੁੱਤਰ ਪਿਆਰਾ ਵੇ। ਬੰਨ ਲਿਆਈ ਫੌਜ ਚੰਦਰੀ ਮੇਰਾ ਪੁੱਤਰ ਪਿਆਰਾ ਵੇ। ਇਹ ਸੰਦੇਸ਼ਾ ਫਰਕਸ਼ੀਅਰ ਬਾਦਸ਼ਾਹ ਤੱਕ ਪਹੁੰਚਿਆ। ਇੱਕ ਮਾਂ ਪੰਜਾਬ ਤੋਂ ਆਈ ਹੈ, ਉਹਦਾ ਪੁੱਤਰ ਸਿੱਖ ਨਹੀਂ ਹੈ, ਧੱਕੇ ਨਾਲ ਕਿਤੇ ਭੁਲੇਖੇ ਨਾਲ ਫੌਜ ਪੜ ਲਈ। ਫਰਕਸ਼ੀਅਰ ਬਾਦਸ਼ਾਹ ਕਹਿਣ ਲੱਗਾ, ਬੁਲਾਓ ਮਾਂ ਨੂੰ। ਮਾਂ ਨੇ ਸਾਹਮਣੇ ਜਾ ਕੇ ਫੈਲ ਕਰ ਦਿੱਤੀ, ਆ ਮੇਰਾ ਪੁੱਤਰ ਹੈ, 2 ਮਹੀਨੇ ਵਿਆਹ ਨੂੰ ਹੋਏ ਨੇ, ਇੱਕੋ ਹੀ ਪੁੱਤਰ ਹੈ। ਇਕਨਾਂ ਦੇ ਘਰ ਪੁੱਤ, ਪੁੱਤਾਂ ਘਰ ਪੋਤਰੇ, ਇਕਨਾਂ ਦੇ ਘਰ ਧੀਆਂ, ਧੀਆਂ ਘਰ ਦੋਤਰੇ, ਇਕਨਾਂ ਦੇ ਘਰ ਇੱਕ ਉਹ ਵੀ ਜਾਏ ਮਰ ਵਜੀਦਾ ਕੌਣ ਸਾਹਿਬ ਨੂੰ ਆਖੇ ਇੰਜ ਨਹੀਂ ਇੰਜ ਕਰ। ਅੱਜ ਤੀਸਰਾ ਦਿਨ ਹੈ, 200 ਸਿੱਖ ਸ਼ਹੀਦ ਹੋ ਗਿਆ ਤੇ 100 ਸਿੱਖਾਂ ਦਾ ਜਥਾ ਤਿਆਰ ਹੋ ਰਿਹਾ ਸ਼ਹੀਦੀਆਂ ਪਾਉਣ ਵਾਸਤੇ। ਕਹਿੰਦੇ ਮਾਂ ਭਲੇਖੇ ਨਾਲ ਫੜ ਲਈ ਫੌਜ? ਕਹਿੰਦੇ ਹਾਂ। ਚੰਗਾ ਇਉਂ ਕਰ, ਤੇਰੇ ਪੁੱਤਰ ਨੂੰ ਮਿਲਾ ਦਿੰਨੇ, ਪਰ ਤੇਰਾ ਪੁੱਤਰ ਆਪਣੇ ਮੂੰਹ ਤੋਂ ਕਹਿ ਦੇਵੇ ਵੀ ਮੈਂ ਕਲਗੀਆਂ ਵਾਲੇ ਦਾ ਸਿੱਖ ਨਹੀਂ ਹਾਂ, ਵੀ ਮੈਂ ਸਿੱਖ ਵੀ ਨਹੀਂ ਆ, ਉਹਨੂੰ ਹੁਣੀ ਛੱਡ ਦਿਆਂਗੇ। ਤੇ ਅੱਗੇ ਸਿੱਖਾਂ ਦੀ ਐ ਲਾਈਨ ਤੁਰੀ ਆਉਂਦੀ ਹੈ, 1 ਨੂੰ ਸ਼ਹੀਦ ਕਰਤਾ, 2 ਨੂੰ ਕਰਤਾ, 3 ਨੂੰ, 50 ਸਿੱਖ ਸ਼ਹੀਦ ਕਰਤੇ ਤੇ 51ਵੇਂ ਨੰਬਰ ਤੇ ਪੁੱਤਰ ਦੀ ਵਾਰੀ ਆਉਂਦੀ ਹੈ। 50 ਪੂਰੇ ਹੋ ਗਏ, 51ਵਾਂ ਪੁੱਤਰ ਅੱਗੇ ਜਦੋਂ ਲੰਘਣ ਲੱਗਿਆ ਨਾ, ਉਸ ਲਾਈਨ ਦੇ ਵਿੱਚ ਮਾਂ ਨੇ ਭੱਜ ਕੇ ਜਾ ਕੇ ਆਪਣੇ ਪੁੱਤਰ ਨੂੰ ਐ ਛਾਤੀ ਨਾਲ ਲਾ ਲਿਆ, ਜੱਫੀ ਪਾ ਲਈ ਭੱਜ ਕੇ। ਬੇ ਪੁੱਤਰਾ ਤੂੰ ਇਹਨਾਂ ਨਾਲ ਕਿਵੇਂ ਰਲ ਗਿਆ? ਇਹਨਾਂ ਦੇ ਸਿਰ ਦਾ ਅੱਡ ਮੁੱਲ, ਦੱਸਣ ਵਾਲੇ ਨੂੰ ਅੱਡ ਨਾਮ, ਸ਼ਹੀਦੀ ਜਿਹੜਾ ਮਾਰ ਕੇ ਸਿੱਖ ਨੂੰ ਲਿਆਉਂਦਾ ਉਹਨੂੰ ਅੱਡ ਨਾਮ, ਵੇ ਤੂੰ ਇਹਨਾਂ ਨਾਲ ਕਿਵੇਂ ਰਲ ਗਿਆ? ਉਹਨੇ ਦੇਖਿਆ ਏ ਮੇਰੀ ਮਾਂ ਪੰਜਾਬ ਚੋਂ ਇੱਥੇ ਦਿੱਲੀ ਕਿਵੇਂ ਆ ਗਈ? ਆਏ ਉਹਦੀ ਬੁੱਕਲ ਵਿੱਚੋਂ ਨਿਕਲ ਕੇ ਆਖਿਆ, ਕੌਣ ਹੈ ਤੂੰ? ਕਹਿੰਦੀ ਮਾਂ ਨੇ ਆਖਿਆ, ਮੈਂ ਤੇਰੀ ਮਾਂ ਹੈ ਪੁੱਤਰਾ, ਤੂੰ ਮੇਰਾ ਇੱਕ ਪੁੱਤਰ ਹੈ।
ਉਹ ਤੂੰ ਇਹਨਾਂ ਨਾਲ ਕਿਵੇਂ ਰਲ ਗਿਆ? ਆ ਦੇਖ ਤੇਰੇ ਸਾਹਮਣੇ ਉਹ ਪਏ ਨੇ ਵੱਡੇ 200 ਕੱਲ ਦਾ ਤੇ 50 ਤੇਥੋਂ ਪਹਿਲਾਂ ਸਿੱਖ ਵੱਡੇ ਪਏ ਨੇ ਤੇ ਤੇਰੀ ਵਾਰੀ ਆਉਣ ਵਾਲੀ ਹੈ। ਤੇ ਨੱਚਦਾ ਹੈ ਸਿੱਖ, ਇਸ ਮੌਤ ਨੂੰ ਦੇਖ ਦੇਖ ਕੇ ਨਾ ਕਲੋਲਾਂ ਕਰਦਾ ਹੈ। ਤੇ ਮਾਂ ਨੇ ਆਖਿਆ ਵੀ ਪੁੱਤਰਾ ਮੇਰੀ ਗੱਲ ਮੰਨ ਲੈ, ਇੱਕ ਵਾਰੀ ਕਹਿ ਦੇ ਤੂੰ, ਬਸ ਮਾੜਾ ਜਿਹਾ ਇੰਨੀ ਕਹਿਣੇ ਵੀ ਮੈਂ ਨਹੀਂ ਸਿੱਖਾਂ ਕਲਗੀ ਵਾਲੇ ਦਾ, ਤੇ ਤੈਨੂੰ ਹੁਣੀ ਛੱਡ ਦੇਣਗੇ, ਆ ਲੈ ਤੇਰੀ ਫਾਈਲ ਤਿਆਰ ਕਰੀ ਪਈ ਹੈ। ਤੇ ਬਸ ਉਸੇ ਵਕਤ ਮਾਂ ਦੀ ਛਾਤੀ ਵਿੱਚ ਧੱਕਾ ਮਾਰਿਆ ਹੈ, ਤੂੰ ਭੁੱਲ ਕੇ ਆ ਗਈ, ਤੈਨੂੰ ਭੁਲੇਖਾ ਪੈ ਗਿਆ, ਮੇਰੇ ਵਰਗਾ ਤੇਰਾ ਪੁੱਤਰ ਹੋਰ ਹੋਊਗਾ ਕੋਈ, ਉਹ ਤੂੰ ਮੈਨੂੰ ਧਰਮ ਤੋਂ ਡੇਗਦੀ ਐ, ਹੋ ਸਕਦਾ ਤੂੰ ਮੇਰੀ ਮਾਂ ਹੀ ਨਾ ਹੋਵੇ, ਜਾ ਮੁੜ ਜਾ ਵਾਪਸ। ਜਦੋਂ ਮਾਂ ਤੋਂ ਛੁਡਾ ਕੇ ਭੱਜਣ ਲੱਗਿਆ, ਮਾਂ ਨੇ ਕਿਹਾ ਗੱਲ ਸੁਣ ਲਾ ਵੇ ਪੁੱਤਰਾ, ਤੇਰੇ ਨਾਲ ਹੀ ਮੇਰਾ ਜਗ ਸੰਸਾਰ ਵਸਦਾ ਹੈ, ਬਸ ਤਾਂ ਇੰਨਾ ਕੀ ਕਹਿਣਾ ਮਾੜਾ ਜਾ, ਇਹ ਗੱਲ ਨਹੀਂ ਹੋ ਸਕਦੀ। ਚੰਦ ਲੈਣਾ ਫਿਰ ਸੰਤ ਮਹਾਰਾਜ ਬਾਬਾ ਬਲਵੰਤ ਸਿੰਘ ਜੀ ਉਹਨੂੰ ਰਟਾਂਡੇ ਵਾਲਿਆਂ ਦੀਆਂ ਮੇਰੇ ਯਾਦ ਆਈਆਂ, ਉਹ ਪੜ੍ਹਦੇ ਹੁੰਦੇ ਇਸ ਵਕਤ ਦੇ ਉੱਤੇ। ਉਹ ਕਹਿੰਦੇ ਮਾਂ ਨੇ ਕੀ ਆਖਿਆ, ਕਹਿੰਦੀ ਮਾਰੋ ਕੇ ਮੇਰੀ, ਮਾਂ ਨੇ ਉੱਚੀ ਦੇਣੇ ਧਾ ਮਾਰ ਕੇ ਆਖਿਆ, ਕਹਿੰਦੀ ਮਾਰੋ ਕੇ ਮੇਰੀ, ਮੰਨ ਲੈ ਫਰਿਆਦ ਵੇ, ਤੇਰੇ ਨਾਲ ਚੰਗਾ ਮੇਰੀ ਦੁਨੀਆ ਬਾਦ ਵੇ, ਬਸਦਾ ਪਰਿਵਾਰ ਤੂੰ ਮੇਰਾ ਨਾ ਕਰ ਬਰਬਾਦ ਵੇ, ਚੱਲਿਆ ਨਹੀਂ ਜਾਣਾ ਮੈਥੋਂ ਰੋਣਾ ਮਹੇਸ਼ ਦਾ, ਇੱਕ ਵਾਰੀ ਕਹਿ ਦੇ ਬੱਚੜਿਆ ਜਗਨੀ ਦੇਸ਼ ਦਾ, ਇੱਕ ਵਾਰੀ ਕਹਿ ਦੇ ਬੱਚੜਿਆ ਜਗਨੀ ਦੇਸ਼ ਦਾ, ਇੱਕ ਵਾਰੀ ਕਹਿ ਦੇ ਬੱਚੜਿਆ ਮੈਂ ਜਗਨੀ ਦੇਸ਼ ਦਾ, ਇੱਕ ਵਾਰੀ ਕਹਿ ਦੇ ਬੱਚੜਿਆ ਮੈਂ ਜਗਨੀ ਦੇਸ਼ ਦਾ, ਇੱਕ ਵਾਰੀ ਕਹਿ ਦੇ ਬੱਚੜਿਆ ਮੈਂ ਤਾਂ ਸਿੱਖ ਹਾਂ ਕਲੰਗੀਆਂ ਵਾਲੇ ਦਾ, ਮਾਤਾ ਮੇਰੀ ਝੂਠ ਬੋਲਦੀ, ਮੈਂ ਤਾਂ ਸਿੱਖ ਹਾਂ ਕਲੰਗੀਆਂ ਵਾਲੇ ਦਾ, ਮਾਤਾ ਮੇਰੀ ਝੂਠ ਬੋਲਦੀ, ਮੈਂ ਤਾਂ ਕਲੰਗੀਆਂ ਵਾਲੇ ਦਾ, ਮਾਤਾ ਮੇਰੀ ਝੂਠ ਬੋਲਦੀ, ਕਲਗੀਆਂ ਵਾਲੇ ਦਾ, ਪਰ ਮਾਤਾ ਮੇਰੀ ਝੂਠ ਬੋਲਦੀ, ਮੈਂ ਤਾਂ ਦੇਗਾ ਕਲਗੀਆਂ ਵਾਲੇ ਦਾ, ਮਾਤਾ ਮੇਰੀ ਝੂਠ ਬੋਲਦੀ, ਕਲਗੀਆਂ ਵਾਲੇ ਦਾ, ਉਹ ਮਾਤਾ ਮੇਰੀ ਝੂਠ ਬੋਲਦੀ। ਅੱਗੇ ਜਾ ਕੇ ਉਹ ਸਿੱਖਾਂ ਦੇ ਜਥੇ ਦੇ ਵਿੱਚ ਰਲ ਗਿਆ ਤੇ ਮਾਂ ਖੜੀ ਵੇਖਦੀ ਰਹਿ ਗਈ, ਪੁੱਤਰ ਸ਼ਹੀਦ ਹੋ ਗਿਆ ਸਾਹਮਣੇ, ਤੇ ਮਾਂ ਵਾਪਸ ਮੁੜ ਆਈ ਪੰਜਾਬ ਦੀ ਧਰਤੀ ਉੱਤੇ। ਕਹਿਣ ਤੋਂ ਭਾਵ ਬਾਬੇ ਬੰਦਾ ਸਿੰਘ ਬਹਾਦਰ ਦੇ ਸਾਹਮਣੇ 700 ਸਿੱਖ ਸ਼ਹੀਦ ਕਰਿਆ ਗਿਆ, ਇੱਕ ਪਾਸੇ 760 ਸਿੱਖਾਂ ਦੇ ਸਿਰਾਂ ਦੇ ਗੱਡੇ ਭਰੇ ਖੜੇ ਨੇ, ਇੱਕ ਪਾਸੇ 700 ਸਿੱਖ 7 ਦਿਨਾਂ ਵਿੱਚ ਸ਼ਹੀਦ ਕਰਿਆ, ਰੋਜ਼ 100 ਨੂੰ ਸ਼ਹੀਦ ਕਰਦੇ ਨੇ। ਹੁਣ ਜਦੋਂ ਨਾਂ ਡੋਲਿਆ ਬੰਦਾ ਸਿੰਘ ਬਹਾਦਰ, ਕਹਿੰਦੇ ਉਹ ਤੇਰੇ ਨਾਲ ਦੇ ਸਾਰੇ ਤਾਂ ਮਰ ਗਏ, ਹੁਣ ਤੂੰ ਇਕੱਲਾ ਰਹਿ ਗਿਆ, 2 ਤੇਰੇ ਪੁੱਤਰ ਨੇ, ਤੇਰੇ ਘਰ ਵਾਲੀ ਹੈ, ਹੁਣ ਤੂੰ ਕੀ ਕਰ ਲੇਗਾ ਸਾਡਾ? ਧੰਨ ਬਾਬਾ ਬੰਦਾ ਸਿੰਘ ਬਹਾਦਰ ਕਹਿਣ ਲੱਗੇ, ਹਜੇ ਮੇਰਾ ਕੀ ਵਿਗੜਿਆ ਹੈ, ਅਜੇ ਤਾਂ ਜਿੱਥੇ ਇੱਕ ਕਤਰਾ ਖੂਨ ਦਾ ਸ਼ਹੀਦ ਦਾ ਡਿੱਗ ਜਾਵੇ ਨਾ, ਉਹਦੇ ਵਿੱਚੋਂ ਹਜ਼ਾਰਾਂ ਸ਼ਹੀਦ ਇੱਕ ਮਿੰਟ ਦੀ ਨਾਲ ਪੈਦਾ ਹੋ ਕੇ ਲੜਨ ਵਾਸਤੇ ਸਮਰੱਥ ਹੋ ਜਾਂਦੇ ਹਨ। ਜਿੱਥੇ ਡੁੱਲਦਾ ਖੂਨ ਸ਼ਹੀਦਾਂ ਦਾ, ਤਕਦੀਰ ਬਦਲਦੀ ਕੌਮਾਂ ਦੀ, ਰੰਬੀਆਂ ਨਾਲ ਖੋਪਰ ਲੈ ਜਾਂਦੇ, ਤਸ਼ਵੀਰ ਬਦਲਦੀ ਕੌਮਾਂ ਦੀ। ਕਹਿੰਦੇ ਮੇਰਾ ਕੀ ਵਿਗੜਿਆ ਹਜੇ, ਤੁਸੀਂ ਮੈਨੂੰ ਮਾਰਤਾ, ਮੇਰੇ ਨਾਲ ਦੇ ਸਿੱਖ ਮਾਰਤੇ, ਓਏ ਉਹਨਾਂ ਦਾ ਸਰੀਰ ਮਾਰਿਆ, ਉਹਨਾਂ ਦੀ ਜ਼ਮੀਰ ਨਹੀਂ ਮਾਰੀ, ਉਹਨਾਂ ਦੀ ਜ਼ਮੀਰ ਜਾਗਦੀ ਹੈ। ਅੱਜ ਸਾਡੀ ਬਹੁਤੇ ਬੰਦਿਆਂ ਦੀ ਜ਼ਮੀਰ ਮਰ ਗਈ,
ਤਾਂ ਹੀ ਤਾਂ ਸਾਡੇ ਨਾਲ ਧੱਕਾ ਹੋ ਰਿਹਾ ਜੇ ਸਾਡੀ ਜ਼ਮੀਰ ਮਰ ਗਈ ਸੀ। ਜ਼ਮੀਰ ਜਗਾਉਣ ਵਾਸਤੇ ਹਲੂਣ ਕੇ ਨਾ ਤੇ ਫਿਰ ਆ ਹਲੂਣ ਕਿ ਉਹ ਉੱਥੇ ਜਿਹੜਾ ਧਰਨਿਆਂ ਤੇ ਲਿਜਾ ਰਹੇ ਉਹਨਾਂ ਨੂੰ ਦੱਸ ਰਹੇ ਹੋ ਸਾਡੇ ਨਾਲ ਇਸ ਤਰ੍ਹਾਂ ਧੱਕਾ ਹੋ ਰਿਹਾ ਤੁਸੀਂ ਸਮਝੋ ਲੋਕੋ। ਤੇ ਬਹੁਤਿਆਂ ਨੇ ਤਾਂ ਮੈਂ ਸੁਣਿਆ ਆ ਬੈਠਾ ਮੇਰਾ ਭਰਾ ਛੋਟਾ ਭਾਈ ਵੀਰਾ ਸਿੰਘ, ਕਈ ਦਿਨ ਹੋ ਗਏ ਵੀ ਇੱਥੇ ਬਾਰ ਵਿੱਚ ਗੱਲਾਂ ਕਰਦਾ ਸੀ, ਕਹਿੰਦਾ ਉਹ ਸਾਡੇ ਨਾਲ ਧੱਕਾ ਹੋ ਰਿਹਾ। ਖਾਸੇ ਜਾਣੇ ਇੱਥੇ ਖੜੇ ਸੀ 5-6 ਜਾਣੇ, ਇਹਨੇ ਫਿਰ ਸਮਝਾਇਆ ਸਾਡੇ ਨਾਲ ਧੱਕਾ ਹੋ ਰਿਹਾ। ਕਹਿੰਦੇ ਮੋਗੇ ਬਣਿਆ ਜਿਹੜਾ ਉਹ ਸਭ ਤੋਂ ਵੱਡਾ ਗੋਦਾਮ ਮੋਗੇ ਹੀ ਹੈ, ਸ਼ਾਇਦ ਮੋਗੇ ਬਣਿਆ ਕਹਿੰਦੇ ਗੋਦਾਮ, ਜਿਹਦੇ ਵਿੱਚ 4 ਲੱਖ ਗੱਟਾ ਟਿਕ ਜਾਂਦਾ। 4 ਲੱਖ 40 ਲੱਖ ਗੱਟਾ ਕਹਿੰਦੇ ਉਹਦੇ ਵਿੱਚ 40 ਲੱਖ ਗੱਟਾ ਜਿਹੜਾ ਉਹ ਟਿਕ ਜਾਂਦਾ। ਤੇ ਉੱਤੇ 40 ਲੱਖ ਗੱਟੇ ਵਾਸਤੇ ਕਿੰਨੇ ਬੰਦਿਆਂ ਦੀ ਲੋੜ ਹੈ, ਕਿੰਨੇ ਬੰਦੇ ਦੀ ਉੱਥੇ ਰੁਜ਼ਗਾਰ ਜਿਹੜੀ ਰੋਜੀ ਚੱਲੂਗੀ। ਤੇ ਉੱਥੇ ਕੇਵਲ ਬੰਦੇ ਕੰਮ ਸਾਰੇ 10 ਹੀ ਕਰਦੇ ਨੇ, ਬਾਕੀ ਸਾਡੇ ਸਾਰੇ ਮਜ਼ਦੂਰ ਕੱਢ ਦਿੱਤੇ। ਤੇ ਉਹ ਜਿਹੜੇ ਮਜ਼ਦੂਰ ਕਰਤੇ ਫਿਰ ਉਹ ਕੀ ਕਰਨਗੇ ਵਿਚਾਰੇ, ਘਰਾਂ ਦੇ ਵਿੱਚ ਭੁੱਖੇ ਹੀ ਮਰਨਗੇ ਨਾ। ਤੇ 40 ਲੱਖ ਗੱਟੇ ਵਾਸਤੇ ਦੇਖੋ ਕਿੰਨੇ ਮਜ਼ਦੂਰਾਂ ਦੀ ਉੱਥੇ ਲੋੜ ਪੈਂਦੀ ਹੈ। ਫਿਰ ਜਦੋਂ ਇਸ ਤਰ੍ਹਾਂ ਕੱਲੀ ਗੱਲ ਅਗਲੇ ਨੂੰ ਸਮਝਾਉਣੇ ਫਿਰ ਉਹਦੀ ਜ਼ਮੀਰ ਜਾਗਦੀ। ਅੱਛਾ ਸਾਡੇ ਨਾਲ ਵੀ ਧੱਕਾ ਹੋ ਰਿਹਾ, ਆਪਾਂ ਨੂੰ ਵੀ ਉੱਥੇ ਜਾਣ ਦੀ ਲੋੜ ਹੈ। ਕੱਲ ਅਸੀਂ ਚਲੋ ਮਹਾਰਾਜ ਦੀ ਕਿਰਪਾ ਨਾਲ ਇੱਕ ਧਰਨੇ 'ਚ ਤਾਂ ਹਾਜ਼ਰੀ ਲਵਾ ਕੇ ਆਏ ਹਾਂ। ਅੱਗੇ ਜਿੱਥੇ ਕਿਉਂਕਿ ਜੇ ਜ਼ਿਮੀਂਦਾਰਾਂ ਦਾ ਕੰਮ ਖੜ ਗਿਆ ਤਾਂ ਸਾਡਾ ਵਾਜਾ ਵੀ ਨਾਲ ਦੀ ਨਾਲ ਹੀ ਖੜ ਜੂਗਾ। ਬੋਲੋ ਸਤਿਨਾਮ ਵਾਹਿਗੁਰੂ। ਕਿਉਂਕਿ ਜੇ ਜ਼ਿਮੀਂਦਾਰਾਂ ਦੇ ਘਰ ਦੇ ਵਿੱਚ ਇਹ ਫਸਲ ਆਊਗੀ ਤਾਂ ਉਹਨਾਂ ਨੇ ਪਾਠ ਕਰਾਉਣਾ ਹੈ, ਤਾਂ ਸਾਡਾ ਵਾਜਾ ਵੱਜਣਾ ਹੈ, ਤੇ ਤਾਂ 2 ਪੈਸੇ ਆਉਣਗੇ ਸਾਡੇ ਕੋਲੇ। ਜਦੋਂ ਇਹੀ ਗੁਲਾਮ ਹੋ ਗਏ ਤੇ ਫਿਰ ਆਪਣਾ ਮਜ਼ਦੂਰਾਂ ਦਾ ਕੰਮ ਕਿੱਥੋਂ ਚੱਲੂਗਾ। ਆਪਾਂ ਵੀ ਅਸੀਂ ਵੀ ਦਿਹਾੜੀਦਾਰ ਹਾਂ, ਜਿੱਥੇ ਤੁਸੀਂ ਦਿਹਾੜੀਦਾਰ ਹੋ ਤੇ ਅਸੀਂ ਵੀ ਇੱਕ ਦਿਹਾੜੀਦਾਰ ਹਾਂ। ਇਸ ਕਰਕੇ ਅੱਜ ਏਕੇ ਦੀ ਲੋੜ ਹੈ। ਆਓ ਜੋੜੋ ਉੱਥੇ। ਬਸ 5 ਮਿੰਟਾਂ ਵਿੱਚ ਮੈਂ ਸਮਾਪਤੀ ਕਰਾਂ। ਧੰਨ ਬਾਬਾ ਬੰਦਾ ਸਿੰਘ ਬਹਾਦਰ ਨੂੰ ਜਲਾਦ ਆ ਗਏ ਸਾਹਮਣੇ। ਉਹ ਕਹਿੰਦੇ ਦੱਸੋ ਬਾਬਾ ਬੰਦਾ ਸਿੰਘ ਬਹਾਦਰ ਤੈਨੂੰ ਸਿੱਖੀ ਕਿੰਨੀ ਕੁ ਪਿਆਰੀ ਹੈ। ਬਾਬੇ ਬੰਦੇ ਬਹਾਦਰ ਨੇ ਕਿਹਾ ਮੈਨੂੰ ਸਿੱਖੀ ਬਹੁਤ ਪਿਆਰੀ ਹੈ। ਕਹਿੰਦੇ 9 ਸਾਲ ਦਾ ਪੁੱਤਰ ਸੀ ਬਾਬਾ ਬੰਦਾ ਸਿੰਘ ਬਹਾਦਰ ਦਾ ਭਾਈ ਰਣਜੀਤ ਸਿੰਘ ਜੀ। ਕਹਿੰਦੇ ਉਹਨੂੰ ਸਾਹਮਣੇ ਪਾ ਕੇ ਥੱਲੇ ਧਰਤੀ ਤੇ ਉਹਦੇ ਕਲੇਜੇ ਦੇ ਵਿੱਚ ਛੁਰਾ ਮਾਰਿਆ ਗਿਆ। ਮਾਸ ਦਾ ਟੁਕੜਾ ਕੱਢ ਕੇ ਬਾਬੇ ਬੰਦੇ ਬਹਾਦਰ ਦੇ ਮੂੰਹ ਦੇ ਉੱਤੇ ਘਸਾਉਂਦੇ ਨੇ ਵੀ ਤੂੰ ਡੋਲ ਜਾ। ਉਹ ਆਰਾਮ ਨਾਲ ਬੈਠਾ ਕੀ ਕਹਿੰਦਾ, ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ। ਇਸ ਤਰ੍ਹਾਂ ਬਾਣੀ ਦੇ ਨਾਲ ਜੁੜਿਆ ਹੋਇਆ। ਪੁੱਤਰ ਸ਼ਹੀਦ ਹੋ ਗਿਆ, ਫਿਰ ਵੀ ਨਾ ਬਾਬਾ ਬੰਦਾ ਸਿੰਘ ਬਹਾਦਰ ਡੋਲਿਆ। ਭਗਤੇ ਖੀਰ ਹੁਣ ਜਲਾਦ ਕੋਲੇ ਆ ਗਏ। ਬਾਬੇ ਬੰਦੇ ਬਹਾਦਰ ਨੂੰ ਪੁੱਛਦੇ ਨੇ ਉਹ ਕਿਹੜੀ ਤੈਨੂੰ ਮੌਤ ਮਾਰੀਓ। ਬਾਬੇ ਬੰਦੇ ਨੂੰ ਜਲਾਦ ਖੜੇ ਪੁੱਛਦੇ ਕਿਹੜੀ ਤੈਨੂੰ ਮੌਤ ਮਾਰੀਓ। ਬੰਦੇ ਨੂੰ ਜਲਾਦ ਖੜੇ ਪੁੱਛਦੇ ਕਿਹੜੀ ਤੈਨੂੰ ਮੌਤ ਮਾਰੀਏ। ਬਾਬੇ ਬੰਦੇ ਨੂੰ ਜਲਾਦ ਖੜੇ ਪੁੱਛਦੇ ਕਿਹੜੀ ਤੈਨੂੰ ਮੌਤ ਮਾਰੀਏ। ਬੰਦੇ ਨੂੰ ਜਲਾਦ ਖੜੇ ਪੁੱਛਦੇ ਕਿਹੜੀ ਤੈਨੂੰ ਮੌਤ ਮਾਰੀਏ। ਬਾਬੇ ਜਲਾਦ ਖੜੇ ਪੁੱਛਦੇ ਕਿਹੜੀ ਤੈਨੂੰ ਮੌਤ ਮਾਰੀਏ। ਬੰਦੇ ਨੂੰ ਜਲਾਦ ਖੜੇ ਪੁੱਛਦੇ। ਅਖੀਰ ਸਾਰਾ ਪਰਿਵਾਰ ਬਾਬਾ ਬੰਦਾ ਬਹਾਦਰ ਦਾ ਸ਼ਹੀਦ ਕੀਤਾ ਗਿਆ। ਅਖੀਰ ਬਾਬੇ ਬੰਦੇ ਬਹਾਦਰ ਦੇ ਫਿਰ ਗਰਮ ਕਰਕੇ ਜਮੂਰਾਂ ਦੇ ਨਾਲ ਮਾਸ ਖਿੱਚਿਆ ਗਿਆ। ਗਰਮ ਸ਼ਰੀਏ ਕਰਕੇ ਬਾਬੇ ਬੰਦੇ ਬਹਾਦਰ ਦੇ ਸਰੀਰ ਦੇ ਵਿੱਚ ਦੀ ਕੱਢੇ ਗਏ। ਹੱਡ ਚੂਰ ਕਰ ਦਿੱਤਾ। ਪਰ ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਬਾਬਾ ਬੰਦਾ ਸਿੰਘ ਡੋਲਿਆ ਨਹੀਂ, ਦਿੱਲੀ ਦੇ ਵਿੱਚ ਫਿਰ ਆਪਣੀ ਸ਼ਹੀਦੀ ਪ੍ਰਾਪਤ ਕਰ ਗਿਆ। ਉਹਨਾਂ ਦਾ ਕੱਲ ਜਿਹੜਾ ਉਹ ਕੌਮ ਨੇ ਇਕੱਠੀ ਹੋ ਕੇ ਸਾਰਾ ਜਿਹੜਾ ਦਿਹਾੜਾ ਮਨਾਇਆ ਹੈ। ਕੱਲ ਬਾਬਾ ਬੰਦਾ ਸਿੰਘ ਬਹਾਦਰ ਦਾ ਆਗਮਨ ਪੁਰਬ ਸੀ। ਇਸ ਕਰਕੇ ਸਤਿਗੁਰੂ ਨੇ ਕਿਰਪਾ ਕੀਤੀ। ਅੱਜ ਕੱਤਕ ਦੀ ਸੰਗਰਾਂਦ ਨੂੰ ਮੁੱਖ ਰੱਖਦੇ ਹਾਂ। ਸੰਗਤ ਅੰਮ੍ਰਿਤ ਵੇਲੇ ਤੋਂ ਲੈ ਕੇ ਹਾਜ਼ਰੀਆਂ ਭਰ ਰਹੀਆਂ ਨੇ। ਬੇਨਤੀਆਂ ਰੋਜ਼ ਕਰਦੇ ਹਾਂ ਤੁਹਾਡੇ ਚਰਨਾਂ ਵਿੱਚ। ਜਾਗੋ, ਹੁਣ ਜਾਗਣ ਦਾ ਵੇਲਾ, ਹੁਣ ਸੌਣ ਦਾ ਵੇਲਾ ਨਹੀਂ ਹੈ। ਮਹਾਰਾਜ ਜੀ ਰੋਜ਼ ਇਹ ਗੱਲ ਕਹਿੰਦੇ ਨੇ, ਜਾਗੋ ਜਾਗੋ ਸੁੱਤਿਓ ਵੇਲਾ ਸੌਣ ਦਾ ਨਹੀਂ। 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 ਜਾਗੋ ਜਾਗੋ ਸੁੱਤਿਓ
ਵੇਲਾ ਸੌਣ ਦਾ ਨਹੀਂ, ਜਾਗੋ ਜਾਗੋ ਸੁੱਤਿਓ ਵੇਲਾ ਸੌਣ ਦਾ ਨਹੀਂ। ਮਹਾਰਾਜ ਰੋਜ਼ ਜਗਾਉਂਦੇ ਨੇ ਆਪਣੀ ਜ਼ਮੀਰ ਨੂੰ, ਜਗਾ ਜ਼ਮੀਰ ਨੂੰ। ਅੱਜ ਸਮਾਂ ਹੈ, ਜੇ ਅੱਜ ਅਸੀਂ ਸਾਂਭਿਆ ਨਾ ਤਾਂ ਅਸੀਂ ਹਿੰਦੁਸਤਾਨ ਸਾਡਾ ਗੁਲਾਮ, ਜਿਵੇਂ ਪਹਿਲਾਂ ਗੁਲਾਮੀ ਦੀਆਂ ਜੰਜੀਰਾਂ ਦੇ ਵਿੱਚ ਸੀ, ਇਸੇ ਤਰ੍ਹਾਂ ਫੇਰ ਗੁਲਾਮੀ ਦੀਆਂ ਜੰਜੀਰਾਂ ਵਿੱਚ ਜਕੜਿਆ ਜਾਣਾ ਹੈ। ਇਸ ਕਰਕੇ ਅੱਜ ਸਾਨੂੰ ਏਕੇ ਦੀ ਲੋੜ ਹੈ। ਇਹ ਨਾ ਕਹੀਏ ਵੀ ਇਕੱਲੇ ਜ਼ਿਮੀਂਦਾਰ ਭਰ ਕੇ ਟਰਾਲੀਆਂ ਤੁਰ ਜਾਣ ਬੰਨ੍ਹ ਕੇ ਝੰਡੇ, ਨਹੀਂ, ਉੱਥੇ ਅੱਜ ਸਾਡੀ ਕੌਮ ਨੂੰ, ਹਰ ਇੱਕ ਨੂੰ ਕੱਲੇ ਕੱਲੇ ਨੂੰ ਜਾਣ ਦੀ ਲੋੜ ਹੈ। ਜਿਵੇਂ ਪਿੱਛੇ ਜੇ ਹੋ ਗਿਆ ਮਹੀਨਾ ਕੁ, ਉਹ ਬੀਬੀਆਂ ਨੇ ਜਿਨ੍ਹਾਂ ਨੇ ਪੈਸੇ ਨਹੀਂ ਲਏ, ਕਿਸ਼ਤਾਂ ਤੇ ਪੈਸੇ ਮਿਲਦੇ ਹੁੰਦੇ ਨੇ, ਉਹ ਬੀਬੀਆਂ ਨੇ ਪੈਸੇ ਲੈ ਲਏ। ਜਿਵੇਂ ਉਹਨਾਂ ਨੇ ਏਕਾ ਵਿਖਾਇਆ, ਇੱਥੇ ਗੁਰਦੁਆਰਾ ਸਾਹਿਬ ਸਾਰੀਆਂ ਬੀਬੀਆਂ ਇਕੱਠੀਆਂ ਹੋਈਆਂ, ਉਹ ਕਿਸ਼ਤ ਜੀ ਲੈਣ ਵਾਲਾ ਭਾਈ ਆ ਗਿਆ, ਉਹਨਾਂ ਨੇ ਸਾਰਿਆਂ ਨੇ ਰੌਲਾ ਪਾਇਆ ਇਕੱਠੇ ਹੋ ਕੇ। ਜੇ ਕਿਤੇ 2-4 ਜਣੀਆਂ ਹੁੰਦੀਆਂ ਸ਼ਾਇਦ ਉਹ ਪੈਸੇ ਲੈ ਕੇ ਜਾਂਦਾ। ਜਦੋਂ 20-25 ਬੀੜੀਆਂ ਇਕੱਠੀਆਂ ਹੋ ਗਈਆਂ, ਮਾਈਆਂ ਇਕੱਠੀਆਂ ਹੋ ਗਈਆਂ, ਸਾਡੀਆਂ ਭੈਣਾਂ ਇਕੱਠੀਆਂ ਹੋ ਗਈਆਂ, ਉਹਨਾਂ ਨੇ ਫਿਰ ਕਿਹਾ ਇੱਕ ਤਾਂ ਲਾਕਡਾਊਨ ਚੱਲ ਰਿਹਾ ਹੈ, ਅੱਜ ਅਸੀਂ ਸਾਡਾ ਕੰਮ ਕਾਜ ਨਹੀਂ ਕੋਈ ਚੱਲ ਰਿਹਾ ਹੈ। ਦੂਜਾ, ਠੀਕ ਹੈ ਅਸੀਂ ਤੁਹਾਡੇ ਪੈਸੇ ਦੇਣੇ ਨੇ, ਜ਼ਰੂਰ ਦੇਣੇ ਹੀ ਦੇਣੇ ਨੇ, ਪਰ ਜੇ ਅਸੀਂ ਏਕਾ ਕਰ ਲਈਏ, ਜਿੱਥੇ ਉਹ ਕਿਸਾਨ ਵੀਰਾਂ ਦਾ ਕਰਜ਼ਾ ਮਾਫ ਹੋ ਸਕਦਾ, ਉੱਥੇ ਗਰੀਬਾਂ ਦਾ ਵੀ ਹੋ ਸਕਦਾ, ਪਰ ਲੋੜ ਏਕੇ ਦੀ ਹੈ। ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਅਗਲਾ ਕਹਿੰਦਾ ਵੀ ਆ ਕੱਲੇ ਇਹਦੇ ਤੇ ਬਾਬੇ ਤੇ ਪਈਆ ਹੈ, ਆਪੇ ਹੀ ਸਹਾਰੂਗਾ, ਆਪਾਂ ਨੇ ਕੀ ਲੈਣਾ। ਜਾਂ ਇਹ ਕਹਿ ਲੋ ਕੱਲੇ ਪ੍ਰਧਾਨ ਤੇ ਪਈਆ, ਆਪੇ ਹੀ ਸਮਝੇ ਨਾ ਸਮਝੇ ਅਸੀਂ ਕੀ ਲੈਣਾ। ਪਰ ਨਹੀਂ, ਜੇ ਉਹਦੇ ਨਾਲ ਲੱਗ ਕੇ ਖੜ ਜੀਏ, 2 ਨਹੀਂ ਬਣਦੇ 11 ਬਣ ਜਾਣਗੇ। 11 ਦੀ ਦੇਖੋ ਕਿੰਨੀ ਕੀਮਤ ਪੈਂਦੀ ਹੈ। ਇਕੱਲੇ ਦੀ ਘੱਟ ਕੀਮਤ ਪੈਂਦੀ ਹੈ, 2 ਨਾਲ ਦੂਜਾ ਬੰਦਾ ਬਾਂਹ ਲਾ ਕੇ ਖੜ ਜੇ, ਲੈ ਮੈਂ ਤੇਰੇ ਮੋਢੇ ਨਾਲ ਮੋਢਾ ਲਾ ਕੇ ਖੜਦਾ, ਪਰਵਾਹ ਨਾ ਕਰੀ, ਹੁਣ ਤੂੰ 11 ਬਣ ਜਾਣਗੇ, ਫਿਰ ਬਹੁਤੀ ਕੀਮਤ ਵੱਧ ਜਾਂਦੀ। ਇਸ ਕਰਕੇ ਭਾਈ ਲੋੜ ਹੈ ਅੱਜ, ਤੇ ਉੱਥੇ ਬੇਨਤੀ ਹੈ ਸਰਬੱਤ ਸੰਗਤਾਂ ਨੂੰ, ਭਾਵੇਂ ਪ੍ਰਸ਼ਾਸਨ ਵੱਲੋਂ ਵੀ ਬੇਨਤੀ ਆਈ ਹੈ। ਸਾਡੇ MC ਸਾਹਿਬ ਬੈਠੇ ਹੈ, ਭਾਈ ਸੋਨੂ ਸਿੰਘ ਜੀ, ਉਹਨਾਂ ਨੂੰ ਮੈਂ ਬੇਨਤੀ ਕਰਦਾ ਵੀ ਤੁਹਾਡੇ ਵਾਲਾ ਨੰਬਰ ਸਾਡੇ ਯਾਦ ਨਹੀਂ ਸੀ, ਆਏ ਸੀ ਇੱਥੇ ਪ੍ਰਸ਼ਾਸਨ ਵਾਲੇ, 2 ਦਿਨ ਹੋ ਗਏ ਤਕਰੀਬਨ ਆਉਂਦੇ ਨੇ। ਤੁਹਾਨੂੰ ਪਤਾ ਅੱਜ ਥਾਂ ਥਾਂ ਤੇ ਗੁਰੂ ਘਰਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੋ ਰਹੀ ਹੈ। ਅੱਜ ਮੋਬਾਈਲ ਚੱਲਦੇ ਨੇ, ਉਹ ਤੇ ਦੇਖੋ ਨਿਕਲ ਆਉਂਦਾ ਸਾਰਾ ਕੁਝ ਹੀ, ਤੇ ਮਹਾਰਾਜ ਦੀ ਬੇਅਦਬੀ ਹੋ ਰਹੀ ਹੈ। ਉਹ ਕਹਿੰਦੇ ਵੀ ਪੂਰਨ ਤੌਰ ਤੇ ਤੁਸੀਂ ਇੱਥੇ ਗੁਰੂ ਘਰ ਦੇ ਵਿੱਚ ਸਖਤ ਪਹਿਰਾ ਰੱਖਣਾ ਹੈ। ਇੱਕ ਇਹ ਵੀ ਹੈ, ਤੇ ਦੂਸਰਾ ਜਿਹੜਾ ਇਹ ਕਿਸਾਨਾਂ ਦਾ ਮਸਲਾ ਚੱਲਦਾ, ਉਹਦੇ ਵਿੱਚ ਆਪਾਂ ਨੂੰ ਵੱਧ ਤੋਂ ਵੱਧ ਜਿਹੜਾ ਉਹ ਸਾਥ ਦੇਣ ਦੀ ਲੋੜ ਹੈ। ਤੇ ਬਾਕੀ ਗੁਰੂ ਘਰ ਵਿੱਚ ਅੰਮ੍ਰਿਤ ਵੇਲੇ ਵੀ ਹਾਜ਼ਰੀ, ਦਿਨੇ ਵੀ ਜਿਨ੍ਹਾਂ ਕੋਲੇ ਸਮਾਂ ਲੱਗਦਾ, ਇਹ ਨਾ ਕਹੋ ਬਈ ਉੱਥੇ ਬਾਬੇ ਦਾ ਪਰਿਵਾਰ ਬੈਠਾ ਹੈ ਇਕੱਲਾ ਹੀ, ਕਿਤੇ ਅਗਲਾ ਆਪਣਾ ਕੰਮ ਕਰਕੇ ਚਲਾ ਜਾਵੇ ਤੇ ਤੁਸੀਂ ਬਾਹਰ ਵਿੱਚ ਦੇਖੋ ਵੀ ਇੱਥੇ ਸਾਡਾ ਬਾਬਾ ਰਹਿੰਦਾ ਸੀ। ਇਹ ਕਰਕੇ ਭਾਈ ਬੇਨਤੀ ਹੈ, ਤੁਹਾਡਾ ਗੁਰੂ ਘਰ ਹੈ, ਅਸੀਂ ਚੌਕੀਦਾਰ ਹਾਂ, ਤੇ ਦਿਨੇ ਵੀ ਜਦੋਂ ਗੇੜਾ ਲੱਗਦਾ, ਸ਼ਾਮ ਨੂੰ ਵੀ, ਸਵੇਰ ਵੀ। ਬਾਕੀ ਜਿਹੜਾ ਆਪਣਾ ਫੋਨ ਵਗੈਰਾ ਕਨੈਕਟਡ ਫੋਨ ਹੈ, ਉਹ ਵੀ ਸਾਨੂੰ ਨੰਬਰ ਜ਼ਰੂਰ ਦੇ ਦਿਓ। ਨਾ ਕਰੇ ਰੱਬ, ਆਪਾਂ ਇਹ ਕਹਿੰਦੇ ਵੀ ਨਾ, ਇਹ ਕਿਹੜਾ ਕਿਸੇ ਦੇ ਲਿਖਿਆ ਹੁੰਦਾ, ਪਰ ਇਹ ਸਿਰਫ ਧਿਆਨ ਤੋੜਨ ਵਾਸਤੇ ਵੀ ਕਿਸਾਨਾਂ ਦਾ ਧਿਆਨ ਤੋੜਦੀ ਹੈ। ਆਪਾਂ ਕਿਤੇ ਨਾ ਕਿਤੇ ਐ ਹੱਲ ਚੱਲ ਜੀ ਮਾਰੋ, ਜਿਵੇਂ ਪਾਣੀ ਖੜਾ ਹੋਵੇ ਤੇ ਵਿੱਚ ਡਲਾ ਮਾਰੋ, ਪਾਣੀ ਹੱਲ ਜਾਂਦਾ ਨਾ, ਤੇ ਉਹ ਦੇਖੋ ਫਿਰ ਇੱਕ ਲੱਗਦਾ ਖਰਾਬ ਹੋ ਜਾਂਦਾ। ਇਹ ਹੀ ਕਾਰਨ ਹੈ ਅੱਜ ਸਰਕਾਰਾਂ ਦਾ, ਵੀ ਡਲਾ ਮਾਰੋ ਇੱਕ ਵਾਰੀ, ਲੋਕਾਂ ਦਾ ਧਿਆਨ ਇੱਧਰ ਟੁੱਟ ਜੂਗਾ, ਗੱਡੀ ਦੀ ਲਾਈਨ ਤੋਂ ਉੱਠ ਕੱਢਣਗੇ, ਜਿਹੜੇ ਧਰਨਿਆਂ ਤੇ ਬੈਠੇ ਆ ਉਹ ਉੱਠ ਕੱਢਣਗੇ, ਆਪਸ ਵਿੱਚ ਟਕਰਾ ਜਾਣਗੇ। ਇਸ ਕਰਕੇ ਟਕਰਾ ਦੀ ਸਥਿਤੀ ਬਣੀ ਹੋਈ ਹੈ, ਅੱਜ ਭਰਾ ਮਾਰੂ ਜੰਗ ਹੋ ਰਿਹਾ ਹੈ, ਇਹ ਤੋਂ ਬਚਣ ਦੀ ਸਾਨੂੰ ਬਹੁਤ ਲੋੜ ਹੈ। ਇਹਨਾਂ ਗੱਲਾਂ ਦੀ ਵੀ ਬਹੁਤ ਜ਼ਰੂਰ ਸੀ। ਆਓ ਅੱਜ ਕੱਤਕ ਦੀ ਸੰਗਰਾਂਦ ਹੈ, ਬਹੁਤ ਸੰਗਤਾਂ ਨੇ ਯੋਗਦਾਨ ਪਾਇਆ, ਮੇਰਾ ਮਾਲਕ ਸਭਨਾਂ ਦੇ ਨਾਂ ਆਪ ਜਾਣੀ ਜਾਣਾ। ਭਾਈ ਗੋਬਿੰਦ ਸਿੰਘ ਜੀ, ਭਾਈ ਇੰਦਰ ਸਿੰਘ ਜੀ, ਭਾਈ ਜਗਤਾਰ ਸਿੰਘ ਜੀ, ਐਤਕੀ ਲੰਗਰ ਦੀ ਸੇਵਾ ਉਹਨਾਂ ਵੱਲੋਂ ਹੈ, ਤੇ ਮਹਾਰਾਜ ਦਾ ਹੁਕਮ ਹੈ, ਜਿਵੇਂ ਜਿਵੇਂ ਜਿਵ ਜਿਵ ਹੁਕਮ ਤਿਵੈ ਤਿਵਕਾਰ, ਗੁਰੂ ਕਾ ਲੰਗਰ ਹੈ, ਅਸੀਂ ਤਾਂ ਸਿਰਫ ਹੱਥਾਂ ਨਾਲ ਹੀ ਕਰਨਾ ਹੀ ਹੈ, ਉਹਨੇ ਆਪੇ ਹੀ ਭੇਜ ਦੇਣਾ ਤੇ ਆਪੇ ਹੀ ਬਣਾ ਦੇਣਾ ਤੇ ਆਪੇ ਹੀ ਛਕਣ ਵਾਲੇ ਵੀ ਭੇਜ ਦੇਣੇ ਨੇ। ਪਰਮਾਤਮਾ ਦੀ ਬੜੀ ਵੱਡੀ ਦੇਣ ਹੈ। ਇਸ ਕਰਕੇ ਭਾਈ ਬਹੁਤ ਬਹੁਤ ਧੰਨਵਾਦ ਹੈ। ਤੀਸਰੇ ਸਹਿਜ ਪਾਠ ਦਾ ਭੋਗ ਤੁਹਾਡੀ ਕਿਰਪਾ ਦਾ ਸਦਕਾ, ਸੰਗਤ ਦੇ ਭਲੇ ਵਾਸਤੇ ਵੀ, ਸੰਗਤ ਦਾ ਇਹਦੇ ਵਿੱਚ ਭਲਾ, ਜੇ ਅਸੀਂ ਨਾਨਕ ਨਾਮ ਚੜ੍ਹਦੀ ਕਲਾ ਕਹਿੰਦੇ ਆ ਨਾ, ਤਾਂ ਇਹਦੇ ਵਿੱਚ ਭਲਾ ਹੋਣ ਵਾਲੀ ਕੋਈ ਨਾ ਕੋਈ ਗੱਲ ਵੀ ਜ਼ਰੂਰ ਹੋਵੇ। ਫਿਰ ਪਰਿਵਾਰ ਨੇ ਰਲ ਕੇ ਸਾਰਿਆਂ ਨੇ ਅਸੀਂ ਸਹਿਜ ਪਾਠ ਕਰਿਆ ਤੇ ਮਨ ਨੂੰ ਬੜਾ ਸਕੂਨ ਮਿਲਿਆ, ਸ਼ਾਂਤੀ ਮਿਲੀ।
ਵੀ ਆਪਾਂ ਸਰਬੱਤ ਦੇ ਭਲੇ ਵਾਸਤੇ ਅਰਦਾਸ ਕਰਾਂਗੇ। ਮਹਾਰਾਜ ਆ ਨਗਰ ਖੇੜੇ ਵਿੱਚ ਸਾਰੇ ਇਲਾਕੇ ਦੇ ਵਿੱਚ ਸੁਖ ਸ਼ਾਂਤੀ ਵਰਤਾਵੇ ਮੇਰਾ ਮਾਲਕ। ਸਾਰੇ ਜਿਹੜੇ ਉਹਨਾਂ ਸਾਧੀਵਾਨ ਚ ਅਰਦਾਸ ਹੁਕਮਨਾਮਾ ਪ੍ਰਸ਼ਾਦ ਲੈ ਕੇ ਫਿਰ ਆਪ ਜੀ ਨੇ ਜਿਹੜਾ ਉਹ ਪ੍ਰਸ਼ਾਦਾ ਛਕਣਾ ਹੈ, ਲੰਗਰ ਪਾਣੀ ਛਕਣਾ ਹੈ। ਸਾਰੀਆਂ ਸੰਗਤਾਂ ਨੇ ਬੈਠ ਕੇ ਮੇਰਾ ਮਾਲਕ ਸਭ ਦੀਆਂ ਹਾਜ਼ਰੀਆਂ ਆਪਣੇ ਦਰ ਤੇ ਪ੍ਰਵਾਨ ਕਰੇ। ਜਿੱਥੇ ਸੰਗਤ ਦਾ ਧੰਨਵਾਦ ਉੱਥੇ ਪ੍ਰਬੰਧਕ ਕਮੇਟੀ ਜਿਤਨੀ ਵੀ ਉਹਨਾਂ ਦਾ, ਭਾਈ ਦਾਰਾ ਸਿੰਘ ਜੀ, ਭਾਈ ਗੋਬਿੰਦ ਸਿੰਘ ਜੀ, ਹੋਰ ਵੀ ਜਿਤਨੇ ਭਾਈ ਲਖਵੀਰ ਸਿੰਘ ਜੀ, ਸਾਡੇ ਮਿਸਤਰੀ ਸਾਹਿਬ ਜੀ, ਭਾਈ ਭੋਲ ਸਿੰਘ ਜੀ, ਜਿੰਨੇ ਵੀ ਚੱਲ ਕੇ ਆਏ ਹੋ ਮਹਾਰਾਜ ਕਿਰਪਾ ਕਰੇ ਸਭ ਦੀ ਹਾਜ਼ਰੀ ਆਪਣੇ ਦਰ ਤੇ ਪ੍ਰਵਾਨ ਕਰ। ਰਾਮ ਕਲੀ ਮਹਲਾ ਤੀਜਾ। ਨੰਦ ਓੰਕਾਰ ਸਤਿਗੁਰ ਪ੍ਰਸਾਦ, ਨੰਦ ਪਿਆ ਮੇਰੀ ਮਾਏ।